इदी राग महला तीजा। जे वेला वखत विचारिय तां कित वेला भगत होए। अन दिन नामे रत्यां सच्चे सच्ची सोए। जे वेला वखत विचारिए ਦਾ ਮਤਲਬ ਜੇ ਇਹ ਵਿਚਾਰ ਕਰੀਏ ਕਿ ਕਿਸ ਸਮੇਂ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ, ਕਿਹੜਾ ਸਮਾਂ ਰੱਬੀ ਗੁਣ ਗਾਣ ਦਾ ਸਿਫਤ ਸਲਾਹ ਵਾਸਤੇ ਚੰਗਾ ਹੈ। ਤਾਂ ਕਿਤ ਵੇਲਾ ਭਗਤ ਹੋਏ ਦਾ ਮਤਲਬ ਕਿਹੜਾ ਐਸਾ ਵੇਲਾ ਹੈ ਕਿ ਜਿਸ ਸਮੇਂ ਪ੍ਰਭੂ ਦੀ ਭਗਤੀ ਕਰ ਸਕੀਏ, ਰੱਬੀ ਗੁਣ ਗਾ ਸਕੀਏ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਜੇ ਪ੍ਰਭੂ ਦੇ ਨਾਲ ਪ੍ਰੀਤ ਕਰਨ ਵਾਸਤੇ, ਸਿਫਤ ਸਲਾਹ ਕਰਨ ਲਈ, ਰੱਬੀ ਰਜਾ ਵਿੱਚ ਤੁਰਨ ਲਈ ਕੋਈ ਖਾਸ ਵੇਲਾ, ਕੋਈ ਖਾਸ ਵਕਤ ਨਿਯਤ ਕਰਨਾ ਵਿਚਾਰੀਏ ਤਾਂ ਫਿਰ ਤਾਂ ਕਿਸੇ ਵੇਲੇ ਵੀ ਭਗਤੀ ਨਹੀਂ ਹੋ ਸਕਦੀ। ਕਿਹੜੇ ਵੇਲੇ ਕਰੋਗੇ, ਕਿਹੜੇ ਵੇਲੇ ਗੁਣ ਗਾਓਗੇ। यानी कोई खास वेला नहीं है, कोई वेला नियत नहीं है कि इस समय असी ए काम करना है, इस समय असी रब्बी गुण गाने ने ते बाकी समा जिहड़ा है होर काम करना है। जे वेला विचारोगे तो बंदे दे कोल वेला है ही नहीं। जे इस गल नूं अज असी दुनिया विच विचारीए कि वीर भैन जां बच्ची बच्चे नूं कहिए कि बाणी पढ़िया करो, तो आम बंदा कहंदा है जी लाइफ बिजी है, ਸਾਡੇ ਕੋਲ ਟਾਈਮ ਨਹੀਂ ਬਚਦਾ, ਨਾਈਟ ਸ਼ਿਫਟ ਲਗਾਉਂਦੇ ਆ, ਸਵੇਰੇ ਫਿਰ ਲੇਟ ਉੱਠਦੇ ਆ, ਉਸ ਤੋਂ ਬਾਅਦ ਬੱਚਿਆਂ ਨੂੰ ਸੰਭਾਲਣਾ ਹੈ ਜਾਂ ਹੋਰ ਕਰਮ ਕਰਨੇ ਨੇ, ਵੇਲਾ ਹੈ ਹੀ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਜੇ ਪ੍ਰਭੂ ਦੇ ਨਾਲ ਪ੍ਰੀਤ ਕਰਨ ਲਈ ਵੇਲੇ ਔਰ ਵਕਤ ਦੀ ਵਿਚਾਰ ਕਰੀਏ ਤਾਂ ਫਿਰ ਤਾਂ ਕਿਸੇ ਸਮੇਂ ਭਗਤੀ ਹੋ ਹੀ ਨਹੀਂ ਸਕਦੀ। ਫਿਰ ਕਿਹੜਾ ਵੇਲਾ ਨਿਸ਼ਚਿਤ ਕਰੀਏ, ਕਿਹੜਾ ਸਮਾਂ ਨਿਸ਼ਚਿਤ ਕਰੀਏ। ਤਾਂ ਇਸ ਸਵਾਲ ਦਾ ਉੱਤਰ ਅਗਲੀ ਪੰਕਤੀ ਵਿੱਚ ਗੁਰਦੇਵ ਜੀ ਦੇ ਰਹੇ ਹਨ। ਅੰਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ। ਇਹਨੂੰ ਰਤਿਆ ਨਹੀਂ ਪੜਨਾ, ਬਿੰਦੀ ਲਗਾ ਕੇ ਉਚਾਰਨ ਕਰਨਾ ਹੈ ਰਤਿਆਂ। ਰਤਿਆਂ ਦਾ ਮਤਲਬ ਜੇ ਪ੍ਰਭੂ ਦੇ ਗੁਣਾਂ ਵਿੱਚ, ਪ੍ਰਭੂ ਦੀ ਪ੍ਰੀਤ ਦੇ ਅੰਦਰ ਜੇ ਰੰਗੇ ਜਾਈਏ। ਅੰਦਿਨ ਦਾ ਮਤਲਬ ਹਰ ਰੋਜ਼, ਯਾਨੀ ਹਰ ਸਮੇਂ, ਹਰ ਪਲ, ਹਰ ਸਵਾਸ ਦੇ ਨਾਲ। ਅੰਦਿਨ ਨਾਮੇ ਰਤਿਆਂ, ਹਰ ਵੇਲੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੇ ਰੰਗੇ ਰਹੀਏ ਤਾਂ ਸੱਚੇ ਸੱਚੀ ਸੋਏ। ਸੱਚੇ ਦਾ ਮਤਲਬ ਫਿਰ ਪ੍ਰਭੂ ਦਾ ਰੂਪ ਹੋ ਜਾਈਦਾ। ਸੱਚੀ ਸੋਏ ਦਾ ਮਤਲਬ ਫਿਰ ਸਦਾ ਥਿਰ ਰਹਿਣ ਵਾਲੀ ਸ਼ੋਭਾ ਮਿਲਦੀ ਹੈ। ਸੋਏ ਦਾ ਮਤਲਬ ਸ਼ੋਭਾ। ਜੇ ਹਰ ਵੇਲੇ ਹਰ ਸਮੇਂ ਰੱਬੀ ਗੁਣਾਂ ਦੇ ਅੰਦਰ ਰੰਗੇ ਰਹੀਏ ਤਾਂ ਸੱਚੇ ਪ੍ਰਭੂ ਦਾ ਹੀ ਰੂਪ ਹੋ ਜਾਈਦਾ ਹੈ ਔਰ ਫਿਰ ਮਨੁੱਖ ਨੂੰ ਸੱਚੀ ਸ਼ੋਭਾ ਮਿਲਦੀ ਹੈ। ਇਸ ਲਈ ਗਿਣਤੀਆਂ ਮਿੰਤੀਆਂ ਦੇ ਪਾਠ ਔਰ ਗਿਣਤੀਆਂ ਮਿੰਤੀਆਂ ਦੀ ਪ੍ਰੀਤ ਪ੍ਰਵਾਨ ਨਹੀਂ ਹੈ। ਇਥੇ ਤਾਂ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹਰ ਸਵਾਸ ਯਾਨੀ ਹਰ ਸਮੇਂ ਰੱਬੀ ਗੁਣਾਂ ਦੇ ਨਾਲ, ਸੱਚ ਦੇ ਨਾਲ ਜੁੜ ਕੇ ਰਹਿਣਾ ਹੈ। ਤਾਂ ਦੇਖੋ ਹੁਣ ਜੇ ਅਸੀਂ ਰੱਬ ਦੀ ਭਗਤੀ ਨੂੰ ਇਹ ਸਮਝੀਏ ਕਿ ਸਮਾਧੀ ਲਾਣਾ ਭਗਤੀ ਹੈ ਜਾਂ ਮਾਲਾ ਫੇਰਨੀ ਭਗਤੀ ਹੈ, ਤਾਂ ਫਿਰ ਹਰ ਸਮੇਂ ਹਰ ਸਵਾਸ ਦੇ ਨਾਲ ਤੇ ਮਾਲਾ ਨਹੀਂ ਫੇਰ ਪਾਓਗੇ, ਸਮਾਧੀ ਨਹੀਂ ਲਾ ਪਾਓਗੇ, ਕਿਉਂਕਿ ਸਰੀਰਕ ਕਿਰਿਆਵਾਂ ਵੀ ਕਰਨੀਆਂ ਨੇ, ਕਿਰਤ ਵੀ ਕਰਨੀ ਹੈ, ਲੰਗਰ ਪ੍ਰਸ਼ਾਦਾ ਵੀ ਛਕਣਾ ਹੈ, ਬੱਚੇ ਵੀ ਪਾਲਣੇ ਨੇ, ਕਿੰਨੇ ਸਾਰੇ ਕੰਮ ਨੇ। ਜੇ ਮਾਲਾ ਫੇਰਦੇ ਰਹੋਗੇ, ਸਮਾਧੀ ਲਾ ਕੇ ਬੈਠੇ ਰਹੋਗੇ ਤੇ ਬਾਕੀ ਦੇ ਕੰਮ। ਇਸ ਲਈ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਪ੍ਰਭੂ ਦੀ ਭਗਤੀ ਹੈ। ਰੱਬੀ ਰਜਾ ਦੇ ਅੰਦਰ ਤੁਰਨਾ ਹੀ ਪ੍ਰਭੂ ਦੀ ਪ੍ਰੀਤ ਹੈ। ਹਰ ਸਮੇਂ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਣਾ ਹੀ ਪ੍ਰਭੂ ਦੀ ਭਗਤੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਵੇਲੇ ਹੀ ਰੱਬੀ ਗੁਣਾਂ ਦੇ ਵਿੱਚ ਰੰਗੇ ਰਹੀਏ ਤਾਂ ਰੱਬੀ ਗੁਣਾਂ ਦੀ ਰੰਗੇ ਰਹਿਣ ਦੇ ਨਾਲ ਬੰਦਾ ਰੱਬ ਦਾ ਹੀ ਰੂਪ ਹੋ ਜਾਂਦਾ ਹੈ ਔਰ ਉਹਨੂੰ ਫਿਰ ਸੱਚੀ ਸ਼ੋਭਾ ਮਿਲਦੀ ਹੈ। ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ। ਕਿਨੇ ਹੀ ਹੋਏ ਦਾ ਮਤਲਬ ਕਿਹੋ ਜਿਹੀ। ਗੁਰੂ ਜੀ ਕਹਿੰਦੇ ਨੇ ਉਹ ਕਾਦੀ ਭਗਤੀ ਹੋਈ ਜੇ ਇੱਕ ਪਲ ਵਾਸਤੇ, ਅੱਖ ਚਮਕਣ ਦੇ ਸਮੇਂ ਜਿੰਨਾ ਵੀ ਜੇ ਪਿਆਰਾ ਪ੍ਰਭੂ ਭੁੱਲ ਜਾਏ, ਸੱਚ ਭੁੱਲ ਜਾਏ, ਰੱਬੀ ਗੁਣ ਭੁੱਲ ਜਾਣ ਤੇ ਉਹ ਭਗਤੀ ਕਾਦੀ ਹੋਈ। ਉਹ ਭਗਤੀ ਨਹੀਂ ਹੈ ਕਿ ਜੇ ਇੱਕ ਪਲ ਵਾਸਤੇ ਵੀ ਪਿਆਰਾ ਭੁੱਲ ਜਾਏ, ਪਿਆਰੇ ਦੇ ਗੁਣ ਭੁੱਲ ਜਾਣ।
ਇੱਕ ਪਲ ਵਾਸਤੇ ਵੀ ਰੱਬੀ ਰਜ਼ਾ ਵਿੱਚ ਬੰਦਾ ਨਾ ਤੁਰੇ, ਇੱਕ ਪਲ ਵਾਸਤੇ ਵੀ ਰੱਬੀ ਗੁਣਾਂ ਨੂੰ ਭੁਲਾ ਦੇਵੇ ਤਾਂ ਉਹ ਭਗਤੀ ਕਾਹਦੀ ਹੈ। ਇਸ ਲਈ ਹਰ ਸਮੇਂ ਹਰ ਪਲ ਰੱਬੀ ਗੁਣਾਂ ਦੇ ਨਾਲ ਜੁੜੇ ਰਹਿਣਾ ਹੀ ਪਿਆਰੇ ਦੀ ਭਗਤੀ ਹੈ। ਮਨ ਤਨ ਸ਼ੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ। ਬਿਰਥਾ ਦਾ ਮਤਲਬ ਬੇਕਾਰ, ਵਿਅਰਥ। ਸਾਚ ਸਿਉ ਦਾ ਮਤਲਬ ਸਦਾ ਥਿਰ ਪ੍ਰਭੂ ਦੇ ਨਾਲ। ਮਨ ਤਨ ਸ਼ੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ। ਜੇ ਇੱਕ ਸਵਾਸ ਵੀ ਪ੍ਰਭੂ ਦੀ ਯਾਦ ਤੋਂ ਖਾਲੀ ਨਾ ਜਾਏ, ਯਾਨੀ ਹਰ ਸਵਾਸ ਦੇ ਨਾਲ ਹਰ ਪਲ ਬੰਦਾ ਰੱਬੀ ਗੁਣਾਂ ਦੇ ਨਾਲ ਜੁੜਿਆ ਰਹੇ, ਤਾਂ ਫਿਰ ਕੀ ਹੁੰਦਾ ਹੈ? ਸਦਾ ਥਿਰ ਪ੍ਰਭੂ ਦੇ ਨਾਲ ਜੁੜਿਆ ਮਨ ਵੀ ਔਰ ਤਨ ਵੀ ਸ਼ਾਂਤ ਹੋ ਜਾਂਦਾ ਹੈ। ਸਰੀਰਕ ਸੁੱਖ ਵੀ ਮਿਲਦੇ ਨੇ ਔਰ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ ਜੇ ਹਰ ਪਲ ਬੰਦਾ ਰੱਬੀ ਗੁਣਾਂ ਨਾਲ, ਸਕਾਰਾਤਮਕਤਾ ਦੇ ਨਾਲ, ਰੱਬੀ ਰਜ਼ਾ ਦੇ ਨਾਲ ਜੁੜਿਆ, ਕੋਈ ਸਵਾਸ ਉਹਦਾ ਖਾਲੀ ਨਹੀਂ ਜਾ ਰਿਹਾ। ਤਾਂ ਇਸ ਤਰ੍ਹਾਂ ਸੱਚ ਦੇ ਨਾਲ ਜੁੜਿਆ ਤਨ ਵੀ ਔਰ ਮਨ ਵੀ ਸ਼ਾਂਤ ਹੋ ਜਾਂਦਾ ਹੈ। ਤਾਂ ਇਹਦਾ ਭਾਵ ਇਹ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਸਾਡਾ ਮਨ ਔਰ ਤਨ ਸ਼ਾਂਤ ਰਹੇ, ਭਾਵ ਕਿ ਜ਼ਿੰਦਗੀ ਦੇ ਅੰਦਰ ਸ਼ਾਂਤੀ ਵਰਤੇ, ਤਾਂ ਮਨੁੱਖ ਨੂੰ ਹਰ ਪਲ ਸੱਚ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਮੇਰੇ ਮਨ ਹਰ ਕਾ ਨਾਮ ਧਿਆਏ, ਰਹਾਉ ਵਾਲੀਆਂ ਪੰਕਤੀਆਂ 'ਚ ਗੁਰਦੇਵ ਸਮਝਾ ਰਹੇ ਹਨ ਸਾਨੂੰ, ਇਹ ਮੇਰੇ ਮਨ ਪ੍ਰਭੂ ਦੀ ਸਿਫਤ ਸਲਾਹ ਕਰ। ਨਾਮ ਦਾ ਮਤਲਬ ਸਿਫਤ ਸਲਾਹ, ਗੁਣ, ਹੁਕਮ। ਧਿਆਏ ਦਾ ਮਤਲਬ ਯਾਦ ਰੱਖ, ਯਾਦ ਵਿੱਚ ਵਸਾ। हे ਮੇਰੇ ਮਨ, ਹਰ ਵੇਲੇ ਪ੍ਰਭੂ ਦੀ ਸਿਫਤ ਸਲਾਹ ਕਰ, ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਰਹੋ। ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ। ਤਾਂ ਥੀਏ ਦਾ ਮਤਲਬ ਤਾਂ ਹੋ ਸਕਦੀ ਹੈ। ਸਾਚੀ ਭਗਤ ਦਾ ਮਤਲਬ ਸੱਚੀ ਭਗਤੀ। ਗੁਰੂ ਜੀ ਕਹਿੰਦੇ ਨੇ ਸੱਚੀ ਭਗਤੀ ਤਾਂ ਹੋ ਸਕਦੀ ਹੈ ਜੇ ਪ੍ਰਭੂ ਆਪ ਮਨ ਦੇ ਅੰਦਰ ਆ ਕੇ ਵਸ ਜਾਏ। ਜੇ ਪ੍ਰਭੂ ਮਨ ਵਿੱਚ ਆ ਕੇ ਵਸ ਜਾਏ ਨਾ, ਤਾਂ ਸੱਚੀ ਭਗਤੀ ਹੈ, ਬਾਕੀ ਵਿਖਾਵੇ ਦੀ ਹੈ। ਤਾਂ ਮਨ ਵਿੱਚ ਰੱਬ ਦੇ ਵਸਣ ਦਾ ਮਤਲਬ ਕੀ ਹੈ ਕਿ ਸਾਡੀ ਸੋਚ ਦੇ ਅੰਦਰ, ਸਾਡੀ ਮਾਨਸਿਕਤਾ ਦੇ ਅੰਦਰ ਦੇ ਰੱਬੀ ਗੁਣ ਵਸ ਜਾਣ, ਤਾਂ ਸੱਚੀ ਭਗਤੀ ਹੈ। ਤੇ ਯਾਦ ਰੱਖਣਾ ਜੀ, ਜਿਸ ਦੀ ਮਾਨਸਿਕਤਾ ਦੇ ਅੰਦਰ, ਮਨ ਦੇ ਅੰਦਰ ਰੱਬ ਵਸਦਾ ਹੈ ਨਾ, ਜਿਹਦੀ ਸੋਚ ਵਿੱਚ, ਉਹ ਫਿਰ ਸਾਰਿਆਂ ਦੇ ਅੰਦਰ ਰੱਬੀ ਨੂਰ ਜ਼ਹੂਰ ਨੂੰ ਵੇਖਦਾ ਹੈ। ਉਹ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ। ਉਹ ਸਭ ਦੇ ਨਾਲ ਪ੍ਰਭੂ ਵਰਗੀ ਪ੍ਰੀਤ ਪਾਉਂਦਾ ਹੈ। ਉਹਨੂੰ ਇਹ ਸੰਸਾਰ ਸੱਚੇ ਕੀ ਕੋਠੜੀ ਨਜ਼ਰੀ ਪੈਂਦੀ ਹੈ। ਉਹ ਇਸ ਸੰਸਾਰ ਨੂੰ ਰੱਬੀ ਰੂਪ ਵਿੱਚ ਵੇਖਦਾ ਹੈ। ਜਦੋਂ ਕਿਸੇ ਦੇ ਮਨ ਦੇ ਅੰਦਰ ਰੱਬ ਵਸ ਜਾਂਦਾ ਹੈ, ਤਾਂ ਉਹਨੂੰ ਅਸੀਂ ਸੱਚੀ ਭਗਤੀ ਕਹਿ ਸਕਦੇ ਹਾਂ। ਰਹੋ ਤਾਂ ਸਾਨੂੰ ਕੀ ਕਰਨਾ ਚਾਹੀਦਾ? ਗੁਰੂ ਜੀ ਕਹਿੰਦੇ ਨੇ ਸਹਿਜੇ ਖੇਤੀ ਰਾਹੀ ਹੈ, ਸੱਚ ਨਾਮ ਬੀਜ ਪਾਏ। ਸਹਿਜੇ ਦਾ ਮਤਲਬ ਆਤਮਕ ਅਡੋਲਤਾ ਵਿੱਚ। ਖੇਤੀ ਦਾ ਮਤਲਬ ਖੇਤੀ, ਕਿਸਾਨੀ, ਪੈਲੀ। ਰਾਹੀਏ ਦਾ ਮਤਲਬ ਬੀਜਣੀ ਚਾਹੀਦੀ ਹੈ। ਰਾਹੀਏ ਦਾ ਮਤਲਬ ਬੀਜਣੀ ਚਾਹੀਦੀ ਹੈ। ਔਰ ਉਸ ਖੇਤੀ ਦੇ ਅੰਦਰ ਬੀਜਣਾ ਕੀ ਚਾਹੀਦਾ ਹੈ? ਬੀਜ ਕੀ ਬੀਜਣਾ ਚਾਹੀਦਾ ਹੈ? ਸੱਚ ਨਾਮ, ਪ੍ਰਭੂ ਦਾ ਸਦਾ ਥਿਰ ਨਾਮ, ਪ੍ਰਭੂ ਦਾ ਸੱਚਾ ਹੁਕਮ, ਪ੍ਰਭੂ ਦੀ ਸਿਫਤ ਸਲਾਹ। ਤਾਂ ਗੁਰੂ ਜੀ ਕਹਿੰਦੇ ਨੇ ਜੇ ਆਤਮਕ ਅਡੋਲਤਾ ਵਿੱਚ ਟਿਕ ਕੇ ਸਦਾ ਥਿਰ ਪ੍ਰਭੂ ਦਾ ਹੁਕਮ, ਸਦਾ ਥਿਰ ਪ੍ਰਭੂ ਦੇ ਜੋ ਗੁਣ ਨੇ, ਉਹ ਫਸਲ ਬੀਜੀਏ ਜੋ ਆਤਮਕ ਜੀਵਨ ਦੇਣ ਵਾਲੀ ਹੈ। ਉਹਦੇ ਨਾਲ ਕੀ ਹੋਏਗਾ? ਜਿਨ੍ਹਾਂ ਨੇ ਇਹ ਖੇਤੀ ਬੀਜੀ ਸ਼ੁਭ ਗੁਣਾਂ ਦੀ, ਰੱਬੀ ਸਿਫਤ ਸਲਾਹ ਦੀ, ਖੇਤੀ ਜੰਮੀ ਅਗਲੀ, ਮਨਵਾ ਰੱਜਾ ਸਹਿਜ ਸੁਭਾਏ। ਇਹਨੂੰ ਰਜਾ ਨਹੀਂ ਪੜਨਾ, ਰਾਰੇ ਤੇ ਅੱਧਕ ਲਗਾ ਕੇ ਪੜਨਾ ਹੈ ਰੱਜਾ। ਖੇਤੀ ਜੰਮੀ ਅਗਲੀ, ਮਨਵਾ ਰੱਜਾ ਸਹਿਜ ਸੁਭਾਏ। ਸਹਿਜ ਦਾ ਮਤਲਬ ਆਤਮਕ ਅਡੋਲਤਾ ਵਿੱਚ, ਸੁਭਾਏ ਦਾ ਮਤਲਬ ਪ੍ਰੇਮ ਵਿੱਚ, ਤੇ ਅਗਲੀ ਦਾ ਮਤਲਬ ਹੈ ਬਹੁਤ ਜ਼ਿਆਦਾ। ਤਾਂ ਫਿਰ ਇਹ ਫਸਲ ਬਹੁਤ ਉਗਦੀ ਹੈ, ਬਹੁਤ ਫਸਲ ਪੈਦਾ ਹੁੰਦੀ ਹੈ। ਤੇ ਇਸ ਫਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਵਿੱਚ ਔਰ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ।
ਇਹਨੂੰ ਸੰਤੋਖ ਆ ਜਾਂਦਾ ਹੈ, ਇਹ ਤ੍ਰਿਪਤ ਹੋ ਜਾਂਦਾ ਹੈ। ਜਦੋਂ ਅਸੀਂ ਸ਼ੁਭ ਗੁਣਾਂ ਦੇ ਬੀਜ ਬੀਜਦੇ ਹਾਂ ਤਾਂ ਜੋ ਅਸੀਂ ਬੀਜਾਂਗੇ, ਜਿਹਾ ਬੀਜੈ ਸੋ ਲੁਣੈ, ਉਹ ਸਾਡੀ ਸੋਚ ਦੇ ਅੰਦਰ, ਜੀਵਨ ਦੇ ਅੰਦਰ ਗੁਣ ਪ੍ਰਗਟ ਹੋਣਗੇ, ਉਹ ਗੁਣ ਸਾਡੀ ਜ਼ਿੰਦਗੀ 'ਚ ਪ੍ਰਗਟ ਹੋਣਗੇ। ਤੇ ਜਦੋਂ ਮਨ, ਬਚਨ ਔਰ ਕਰਮ ਕਰਕੇ ਬੰਦਾ ਗੁਣਾਂ ਦਾ ਧਾਰਨੀ ਹੋਏਗਾ ਔਰ ਉਸ ਮਨੁੱਖ ਦੀ ਮਨ, ਬਚਨ ਔਰ ਕਰਮ ਦੇ ਅੰਦਰ ਰੱਬੀ ਗੁਣਾਂ ਦਾ ਪ੍ਰੇਮ ਹੋਏਗਾ, ਤਾਂ ਐਸਾ ਮਨੁੱਖ ਤ੍ਰਿਪਤ ਹੋ ਜਾਏਗਾ, ਐਸਾ ਮਨੁੱਖ ਸ਼ਾਂਤ ਹੋ ਜਾਏਗਾ। ਐਸੇ ਮਨੁੱਖ ਦੇ ਅੰਦਰ ਵਿਕਾਰਾਂ ਦੀ ਰੰਚਕ ਮਾਤਰ ਵੀ ਕੋਈ ਕਣੀ ਨਹੀਂ ਰਹੇਗੀ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੈ ਤਿਖ ਜਾਏ। ਤਿਖ ਦਾ ਮਤਲਬ ਪਿਆਸ, ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਦਿੱਤੀ ਜੀਵਨ ਜੁਗਤ। ਗੁਰੂ ਦਾ ਜੋ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਉਹ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲਾ ਹੈ। ਤੇ ਜਿਹੜਾ ਗੁਰੂ ਦੇ ਗਿਆਨ ਰੂਪ, ਉਪਦੇਸ਼ ਰੂਪ ਅੰਮ੍ਰਿਤ ਨੂੰ ਪੀਂਦਾ ਹੈ, ਉਹਦੀ ਪਿਆਸ ਬੁਝ ਜਾਂਦੀ ਹੈ, ਉਹਦੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਹਨੂੰ ਸੰਤੋਖ ਆ ਜਾਂਦਾ ਹੈ, ਉਹਦੇ ਅੰਦਰ ਤ੍ਰਿਪਤੀ ਆ ਜਾਂਦੀ ਹੈ। ਤਾਂ ਅਸੀਂ ਗੁਰੂ ਦੇ ਸ਼ਬਦ ਅੰਮ੍ਰਿਤ ਨੂੰ ਪੀਣਾ ਹੈ। ਸ਼ਬਦ ਦਾ ਮਤਲਬ ਉਪਦੇਸ਼, ਤੇ ਪੀਣ ਦਾ ਮਤਲਬ ਹੈ ਕਿ ਇਹਨਾਂ ਗੁਣਾਂ ਦੇ ਉੱਤੇ ਅਮਲ ਕਰਨਾ, ਇੰਪਲੀਮੈਂਟ ਕਰਨਾ। ਜਦੋਂ ਅਸੀਂ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਵਾਂਗੇ, ਉਸ ਜੀਵਨ ਦਾ ਜੋ ਰਿਜ਼ਲਟ ਨਿਕਲੇਗਾ ਉਹ ਆਤਮਿਕ ਜੀਵਨ ਹੋਵੇਗਾ, ਉਹ ਆਤਮਿਕ ਆਨੰਦ ਹੋਵੇਗਾ, ਜਿਸ ਦੇ ਨਾਲ ਮਨੁੱਖ ਦੀ ਤ੍ਰਿਸ਼ਨਾ ਮਿਟੇਗੀ ਔਰ ਮਨੁੱਖੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਆਏਗੀ। ਇਹ ਮਨ ਸਾਚਾ, ਸੱਚ ਰਤਾ, ਸੱਚੇ ਰਹਾ ਸਮਾਏ। ਹੁਣ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਇਸ ਦਾ ਮਤਲਬ ਸੱਚ ਵਿੱਚ। ਰਤਾ ਦਾ ਮਤਲਬ ਰੰਗਿਆ ਗਿਆ। ਇਹ ਮਨ ਸਾਚਾ ਦਾ ਮਤਲਬ ਇਹ ਮਨ ਸੱਚਾ ਹੋ ਜਾਂਦਾ ਹੈ। ਜਿਸ ਦਾ ਮਨ ਸੱਚ ਦੇ ਅੰਦਰ ਰੰਗਿਆ ਜਾਏ, ਸੱਚ ਦੇ ਅੰਦਰ ਰੰਗੀਜ ਕੇ ਇਹ ਮਨ ਸੱਚਾ ਹੋ ਜਾਂਦਾ ਹੈ। ਤੇ ਜਿਹੜਾ ਮਨ ਸੱਚ ਵਿੱਚ ਰੰਗੀਜ ਕੇ ਸੱਚਾ ਹੋ ਗਿਆ, ਸੱਚੇ ਰਹਾ ਸਮਾਏ, ਉਹ ਮਨੁੱਖ ਦਾ ਮਨ ਜਿਹੜਾ ਹੈ ਸੱਚੇ ਪ੍ਰਭੂ ਦੇ ਅੰਦਰ ਹੀ ਸਦਾ ਲਈ ਸਮਾ ਜਾਂਦਾ ਹੈ, ਉਹਦੇ ਵਿੱਚ ਹੀ ਸਮਾਇਆ ਰਹਿੰਦਾ ਹੈ, ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਦੇਖੋ ਕਿੰਨਾ ਸੁੰਦਰ ਔਰ ਆਸਾਨ ਫਾਰਮੂਲਾ, ਤਰੀਕਾ ਰੱਬ ਦੇ ਅੰਦਰ ਸਮਾਉਣ ਦਾ, ਕਿ ਸਾਡਾ ਮਨ ਸੱਚ ਦੇ ਅੰਦਰ ਰੰਗਿਆ ਜਾਏ। ਮਨ ਦਾ ਮਤਲਬ ਸਾਡੀ ਮਾਨਸਿਕਤਾ, ਸਾਡੀ ਸੋਚ, ਸਾਡੇ ਮਨ ਦੇ ਅੰਦਰ ਸੱਚ ਪ੍ਰਗਟ ਹੋਵੇ। ਔਰ ਜਿਹੜਾ ਮਨ ਸੱਚ ਦੇ ਅੰਦਰ ਰੰਗਿਆ ਗਿਆ, ਉਹ ਮਨੁੱਖ ਵੀ ਸੱਚਾ ਹੋ ਜਾਏਗਾ, ਮਨ ਸੱਚਾ ਹੋ ਜਾਏਗਾ। ਤੇ ਐਸਾ ਇਨਸਾਨ ਫਿਰ ਸਦਾ ਲਈ ਸੱਚੇ ਦੇ ਅੰਦਰ ਸਮਾ ਜਾਂਦਾ ਹੈ, ਸੱਚੇ ਦਾ ਰੂਪ ਹੋ ਜਾਂਦਾ ਹੈ। ਫਿਰ ਉਹਦੀ ਜ਼ਿੰਦਗੀ ਕਿਵੇਂ ਬੀਤਦੀ ਹੈ? ਜੋ ਸੱਚ ਦੇ ਅੰਦਰ ਸਮਾਇਆ ਹੈ, ਪ੍ਰਭੂ ਦੇ ਅੰਦਰ ਮਿਲਿਆ ਹੈ, ਆਖਣ, ਵੇਖਣ, ਬੋਲਣਾ, ਸ਼ਬਦੇ ਰਹਾ ਸਮਾਏ। ਸ਼ਬਦੇ ਦਾ ਮਤਲਬ ਸ਼ਬਦ ਵਿੱਚ, ਯਾਨੀ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ। ਜਿਨ੍ਹਾਂ ਮਨੁੱਖਾਂ ਦਾ ਆਖਣਾ, ਵੇਖਣਾ ਔਰ ਬੋਲਣਾ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਲੀਨ ਰਹਿੰਦਾ ਹੈ, ਯਾਨੀ ਜੋ ਮਨ, ਬਚਨ, ਕਰਮ ਕਰਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਮਨ, ਬਚਨ, ਕਰਮ ਕਰਕੇ ਜੋ ਰੱਬੀ ਸਿਫਤ ਸਲਾਹ ਵਿੱਚ ਮਗਨ ਰਹਿੰਦੇ ਨੇ, ਹਰ ਪਾਸੇ ਸਮਾਏ ਦਾ ਮਤਲਬ ਉਹਨਾਂ ਨੂੰ ਗੁਰੂ ਉਪਦੇਸ਼ ਰਾਹੀਂ ਹਰ ਪਾਸੇ ਸਮਾਇਆ ਹੋਇਆ ਰੱਬ ਦਿਸਦਾ ਹੈ। ਸ਼ਬਦੇ ਰਹਾ ਸਮਾਏ ਦਾ ਮਤਲਬ ਸ਼ਬਦ ਵਿੱਚ, ਸ਼ਬਦ ਦੇ ਰਾਹੀਂ। ਰਹਾ ਸਮਾਏ ਦਾ ਮਤਲਬ ਉਹਨਾਂ ਨੂੰ ਸਮਾ ਰਿਹਾ ਪ੍ਰਮਾਤਮਾ ਨਜ਼ਰੀ ਪੈਂਦਾ ਹੈ। ਕਿੰਨਾਂ ਨੂੰ? ਜਿਨ੍ਹਾਂ ਦਾ ਆਖਣਾ, ਵੇਖਣਾ ਔਰ ਬੋਲਣਾ, ਕਿ ਜੋ ਸੀ ਮੈਂ ਆਖ ਰਿਹਾ ਹਾਂ, ਜੋ ਮੈਂ ਵੇਖ ਰਿਹਾ ਹਾਂ, ਜੋ ਮੈਂ ਬੋਲ ਰਿਹਾ ਹਾਂ, ਇਹ ਸਭ ਕੁਝ ਗੁਰੂ ਉਪਦੇਸ਼ ਮੁਤਾਬਕ ਹੈ। ਤਾਂ ਜੇ ਉਹ ਮਨ, ਬਚਨ, ਕਰਮ ਕਰਕੇ ਗੁਰੂ ਉਪਦੇਸ਼ ਦੇ ਅੰਦਰ ਮਗਨ ਰਹਿੰਦਾ ਨਾ, ਉਹਨੂੰ ਫਿਰ ਚਾਰ ਚੁਫੇਰੇ ਵਸਦਾ ਰੱਬ ਨਜ਼ਰੀ ਪੈਂਦਾ। ਇਹ ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਸਾਡਾ ਵੇਖਣਾ, ਸਾਡਾ ਬੋਲਣਾ, ਸਾਡਾ ਸੁਣਨਾ, ਸਾਡਾ ਕਰਨਾ, ਇਹਦਾ ਬੇਸ ਕੀ ਹੈ। ਬਾਣੀ ਵੱਜੀ ਚਹੁ ਜੁਗੀ,
सच्चो सच सुनाए। इथे जुगी नहीं पढ़ना, बिंदी लगा के जुगी। बाणी वज्जी चौं जुगी, सच्चो सच सुनाए। वज्जी का मतलब मशहूर हो गई, मशहूर हो जाना, प्रभाव पैना, चार चुफेरे, प्रगट होना। चौं जुगी का मतलब चारा युगां विच, यानी हर समय, समा कोई भी होवे। इथे बाणी का मतलब है बनावट। बनावट का मतलब जीवन, शोभा। सच्चो सच सुनाए, जो सदा प्रभु की सिफत सलाह विच मगन रहंदे ने और प्रभु की सिफत सलाह सच ही सच होरनां नूं भी सुनांदे ने, उन्हां दी शोभा पूरे संसार दे अंदर हर समय प्रगट हो जांदी है। उन्हां दी शोभा सारे संसार दे अंदर खिलर जांदी है। किन्हां दी? जो सच ही सच सुनांदे ने, जो रब्बी गुणां दे अंदर लीन रहंदे ने। ते उन्हां नूं मिलदा की है? उन्हां दे जीवन दी निशानी की है? हऊमै मेरा रह गया, सच्चे लया मिलाए। रह गया दा मतलब मुक गया। सच्चे दा मतलब सच्चे प्रभु ने। लया मिलाए दा मतलब उन्हां नूं अपने विच मिला लिया। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਦਾ ਥਿਰ ਰਹਿਣ ਵਾਲਾ ਪ੍ਰਭੂ ਐਸੇ ਇਨਸਾਨਾਂ ਨੂੰ ਆਪਣੇ ਵਿੱਚ ਜੋੜੀ ਰੱਖਦਾ ਹੈ, ਆਪਣੇ ਅੰਦਰ ਮਿਲਾ ਲੈਂਦਾ ਹੈ। ਇਸ ਵਾਸਤੇ ਉਹਨਾਂ ਮਨੁੱਖਾਂ ਦੀ ਹਉਮੈ ਮੁੱਕ ਜਾਂਦੀ ਹੈ ਔਰ ਉਹਨਾਂ ਮਨੁੱਖਾਂ ਦੇ ਅੰਦਰੋਂ ਮੇਰਾ ਦਾ ਮਤਲਬ ਆਪਣਤ ਮੁੱਕ ਜਾਂਦੀ ਹੈ। ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ। ਉਹਨਾਂ ਅੰਦਰੋਂ ਹਉਮੈ ਮੁੱਕ ਗਈ, ਉਹਨਾਂ ਅੰਦਰੋਂ ਆਪਣਤ यानी ਸੈਲਫਿਸ਼ਨੈਸ ਮੁੱਕ ਗਈ, ਮੇਰ ਤੇਰ ਦੇ ਵਿਤਕਰੇ ਮਿਟ ਗਏ। ਐਸੇ ਇਨਸਾਨਾਂ ਨੂੰ ਪ੍ਰਭੂ ਨੇ ਆਪਣੇ ਅੰਦਰ ਮਿਲਾ ਲਿਆ, ਰੱਬ ਦਾ ਉਹ ਰੂਪ ਹੋ ਗਏ। ਤਿੰਨ ਕੋ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵ ਲਾਏ। ਮਹਿਲ ਦਾ ਮਤਲਬ ਟਿਕਾਣਾ, ਵਾਸਾ। ਲਿਵ ਲਾਏ ਦਾ ਮਤਲਬ ਜਿਨ੍ਹਾਂ ਨੇ ਲਗਨ ਲਾਈ ਹੋਈ ਹੈ। ਸੱਚ ਦਾ ਮਤਲਬ ਸੱਚ ਵਿੱਚ। ਜਿਹੜੇ ਬੰਦੇ ਸੱਚ ਦੇ ਅੰਦਰ ਲਗਨ ਲਗਾਈ ਰੱਖਦੇ ਹਨ, ਇੱਥੇ ਲਿਵ ਦਾ ਮਤਲਬ ਸਮਾਧੀ ਨਹੀਂ ਹੈ, ਲਿਵ ਦਾ ਮਤਲਬ ਲਗਨ। ਜੋ ਮਨੁੱਖ ਸਦਾ ਸੱਚ ਦੇ ਅੰਦਰ ਲਿਵ ਲਗਾਈ ਰੱਖਦੇ ਨੇ, ਲਗਨ ਲਗਾਈ ਰੱਖਦੇ ਨੇ, ਉਹਨਾਂ ਵਾਸਤੇ ਪ੍ਰਭੂ ਦਾ ਟਿਕਾਣਾ ਹਾਜ਼ਰ ਨਾਜ਼ਰ ਹੈ। ਉਹ ਰੱਬੀ ਹਜ਼ੂਰੀ ਨੂੰ ਹਰ ਥਾਂ ਦੇ ਉੱਤੇ ਵੇਖਦੇ ਨੇ। ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ। ਕੋਈ ਵੀ ਸ਼ਬਦ ਆਪ ਵਰਤ ਸਕਦੇ ਹੋ ਕਿ ਜੋ ਇਨਸਾਨ ਸੱਚ ਦੇ ਅੰਦਰ ਲਗਨ ਲਗਾਈ ਰੱਖਦੇ ਨੇ, ਮਨ ਬਚਨ ਕਰਮ ਕਰਕੇ, ਉਹਨਾਂ ਵਾਸਤੇ ਪ੍ਰਭੂ ਪਰਮਾਤਮਾ ਹਾਜ਼ਰ ਨਾਜ਼ਰ ਹੈ। ਉਹਨਾਂ ਵਾਸਤੇ ਰੱਬ ਦਾ ਮਹਿਲ, ਰੱਬ ਦਾ ਟਿਕਾਣਾ ਹਾਜ਼ਰ ਨਾਜ਼ਰ ਹੈ। ਉਹ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਪਾਉਂਦੇ ਨੇ। ਉਹਨਾਂ ਨੂੰ ਚਾਰ ਚੁਫੇਰੇ ਪ੍ਰਭੂ ਨਜ਼ਰੀ ਪੈਂਦਾ ਹੈ, ਜੋ ਸੱਚ ਦੇ ਅੰਦਰ ਲਗਨ ਲਾਈ ਰੱਖਦੇ ਨੇ। ਨਦਰੀ ਨਾਮ ਧਿਆਈਐ, ਵਿਣ ਕਰਮਾਂ ਪਾਇਆ ਨਾ ਜਾਏ। ਨਦਰੀ ਦਾ ਮਤਲਬ ਪ੍ਰਭੂ ਦੀ ਰਹਿਮਤ ਰਾਹੀਂ, ਕਰਮਾਂ ਦਾ ਮਤਲਬ ਬਖਸ਼ਿਸ਼। ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਰੱਬੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਨਾਮ ਧਿਆਈਏ ਦਾ ਮਤਲਬ ਰੱਬ ਦਾ ਹੁਕਮ, ਰੱਬੀ ਜੋ ਗੁਣ ਨੇ, ਪ੍ਰਭੂ ਦੀ ਸਿਫਤ ਸਲਾਹ ਹੈ, ਉਹਦੇ ਵਿੱਚ ਜੁੜਿਆ ਜਾ ਸਕਦਾ ਹੈ। ਪ੍ਰਭੂ ਦੀ ਸਿਫਤ ਮਿਹਰ ਦੇ ਨਾਲ, ਰੱਬੀ ਸਿਫਤ ਸਲਾਹ ਦੇ ਨਾਲ ਜੁੜਿਆ ਜਾ ਸਕਦਾ ਹੈ। ਰੱਬੀ ਰਹਿਮਤ ਤੋਂ ਬਿਨਾ ਕਦੇ ਵੀ ਇਹ ਸਿਫਤ ਸਲਾਹ ਨਹੀਂ ਪਾਈ ਜਾ ਸਕਦੀ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਰੱਬੀ ਮਿਹਰ ਕਿਵੇਂ ਪਾਈਏ, ਰੱਬ ਦੀ ਕਿਰਪਾ ਕਿਵੇਂ ਮਿਲੇ। ਜਦੋਂ ਕਿਰਪਾ ਦੇ ਨਾਲ ਗੁਣ ਮਿਲਨੇ ਨੇ ਤਾਂ ਕਿਰਪਾ ਕਿਵੇਂ ਮਿਲੇ, ਸਵਾਲ ਇਹ ਹੋਏਗਾ। ਇਸ ਦਾ ਉੱਤਰ ਅਗਲੀ ਪੰਕਤੀ ਵਿੱਚ ਦੇ ਰਹੇ ਨੇ ਕਿ ਕਿਰਪਾ ਕਿਵੇਂ ਮਿਲੇਗੀ। ਪੂਰੇ ਭਾਗ ਸਤ ਸੰਗਤ ਲਹਿ, ਸਤਿਗੁਰ ਭੇਟੈ ਜਿਸ ਆਏ। ਜਿਸ ਮਨੁੱਖ ਨੂੰ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ, ਉਹ ਵੱਡੀ ਕਿਸਮਤ ਵਾਲਾ ਹੈ ਤੇ ਉਹ ਸਤ ਸੰਗਤ ਪ੍ਰਾਪਤ ਕਰ ਲੈਂਦਾ ਹੈ। ਜਾਂ ਇੰਜ ਕਹੀਏ ਕਿ ਜਿਸ ਮਨੁੱਖ ਨੂੰ ਪੂਰੇ ਭਾਗਾਂ ਨਾਲ ਸਾਧ ਸੰਗਤ ਮਿਲ ਜਾਂਦੀ ਹੈ, ਜਿਸ ਨੂੰ ਆ ਕੇ ਗੁਰੂ ਮਿਲ ਜਾਂਦਾ ਹੈ, ਯਾਨੀ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਸਤਸੰਗ ਵਿੱਚ ਮਿਲਦਾ ਹੈ, ਅਨਦਿਨ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋਂ ਜਾਏ।
ਗੁਰੂ ਔਰ ਸਤਸੰਗਤ ਦੀ ਬਰਕਤ ਦੇ ਨਾਲ ਉਹ ਇਨਸਾਨ ਹਰ ਪਲ ਰੱਬੀ ਹੁਕਮ ਦੇ ਅੰਦਰ ਰੰਗਿਆ ਜਾਂਦਾ ਹੈ, ਰੱਬੀ ਗੁਣਾਂ ਦੇ ਨਾਲ ਰੰਗਿਆ ਜਾਂਦਾ ਹੈ। ਤੇ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਕਿ ਮਨੁੱਖ ਦੇ ਅੰਦਰੋਂ ਮਾਇਆ ਮੋਹ ਦਾ ਦੁੱਖ ਦੂਰ ਹੋ ਜਾਂਦਾ ਹੈ। ਦੁੱਖ ਵਿਖਿਆ, ਵਿਖਿਆ ਦਾ ਮਤਲਬ ਮਾਇਆ, ਮਾਇਆ ਮੋਹ ਦਾ ਜੋ ਦੁੱਖ ਹੈ ਮਨੁੱਖ ਦੇ ਅੰਦਰੋਂ ਦੂਰ ਹੋ ਜਾਂਦਾ ਹੈ। ਤੇ ਮਾਇਆ ਦਾ ਮਤਲਬ ਉਹ ਮਾੜੀ ਸੋਚ ਜੋ ਸਾਨੂੰ ਸ਼ੁਭ ਗੁਣਾਂ ਦੇ ਨਾਲੋਂ ਤੋੜਦੀ ਹੈ। ਤਾਂ ਗੁਰੂ ਦੀ ਰਹਿਮਤ ਬਖਸ਼ਿਸ਼ ਸਦਕਾ, ਗੁਰੂ ਦੇ ਦੱਸੇ ਰਾਹਾਂ ਤੇ ਚੱਲਿਆ, ਦਿਨ ਰਾਤ ਹਰ ਪਲ ਰੱਬੀ ਗੁਣਾਂ ਦੇ ਨਾਲ ਜੁੜਿਆ, ਮਨੁੱਖੀ ਜ਼ਿੰਦਗੀ ਦੇ ਅੰਦਰੋਂ ਮਾਇਆ ਮੋਹ ਦਾ ਦੁੱਖ ਖਤਮ ਹੋ ਜਾਂਦਾ ਹੈ। ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ। ਨਾਮੇ ਨਾਮ ਦਾ ਮਤਲਬ ਨਾਮ ਵਿੱਚ ਹੀ, ਸਮਾਏ ਦਾ ਮਤਲਬ ਸਮਾ ਜਾਂਦਾ ਹੈ। ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ, ਗੁਰੂ ਦੇ ਉਪਦੇਸ਼ ਦੀ ਰਾਹੀਂ। हे ਨਾਨਕ ਆਖ ਕਿ ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ, ਗੁਰੂ ਦੀ ਦਿੱਤੀ ਜੀਵਨ ਜੁਗਤ ਨੂੰ ਅਪਣਾਇਆ। ਤੇ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੁੰਦਾ ਹੈ, ਸ਼ਬਦ ਦਾ ਮਤਲਬ ਉਪਦੇਸ਼, ਗੁਰੂ ਦਾ ਦਿੱਤਾ ਵੇ ਆਫ ਲਾਈਫ, ਜਿਹਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ ਔਰ ਜੋ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜਿੰਦਾ ਹੈ, ਨਾਮੇ ਨਾਮ ਸਮਾਏ ਦਾ ਮਤਲਬ ਉਹ ਰੱਬੀ ਹੁਕਮ ਦੇ ਅੰਦਰ ਹੀ ਸਮਾ ਜਾਂਦਾ ਹੈ। ਉਹ ਹਰ ਕਰਮ ਉਹਦਾ ਰੱਬੀ ਹੁਕਮ ਦੇ ਅੰਦਰ ਹੁੰਦਾ ਹੈ ਔਰ ਉਹ ਪ੍ਰਭੂ ਦੇ ਅੰਦਰ ਹੀ ਸਮਾ ਜਾਂਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਆਪਣਾ ਭਉ ਤਿਨ ਪਾਇਓਨ, ਜਿਨ ਗੁਰ ਕਾ ਸ਼ਬਦ ਵਿਚਾਰ। ਪਾਇਓਨ ਦਾ ਮਤਲਬ ਪਾਇਆ ਹੈ ਪ੍ਰਭੂ ਨੇ, ਭਉ ਦਾ ਮਤਲਬ ਡਰ ਅਦਬ, ਤਿਨ ਦਾ ਮਤਲਬ ਉਹਨਾਂ ਦੇ ਹਿਰਦੇ ਵਿੱਚ, ਤੇ ਵਿਚਾਰ ਦਾ ਮਤਲਬ ਵਿਚਾਰ ਮੰਡਲ ਵਿੱਚ। ਉਸ ਪ੍ਰਭੂ ਨੇ ਆਪਣਾ ਡਰ ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿੱਚ, ਸੋਚ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ, ਆਪਣੇ ਵਿਚਾਰ ਮੰਡਲ ਵਿੱਚ ਵਸਾਇਆ ਹੈ। ਆਪਣੇ ਵਿਚਾਰ ਮੰਡਲ ਵਿੱਚ, ਸੋਚ ਮੰਡਲ ਵਿੱਚ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਵਸਾਇਆ ਹੈ ਨਾ, ਉਹਨਾਂ ਦੀ ਨਿਸ਼ਾਨੀ ਕੀ ਹੈ ਕਿ ਉਹਨਾਂ ਦੇ ਅੰਦਰ ਫਿਰ ਪ੍ਰਭੂ ਦਾ ਡਰ ਔਰ ਅਦਬ ਪੈਦਾ ਹੋ ਜਾਂਦਾ ਹੈ। ਉਹ ਅਦਬ ਦੇ ਵਿੱਚ ਜ਼ਿੰਦਗੀ ਜੀਂਦੇ ਨੇ, ਪ੍ਰਭੂ ਦੇ ਅਦਬ ਵਿੱਚ। ਹੁਣ ਇਹ ਡਰ, ਇਹ ਅਦਬ, ਇਹ ਪਿਆਰ ਕਿਵੇਂ ਪੈਦਾ ਹੋਏਗਾ? ਜੇ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਅਸੀਂ ਆਪਣੀ ਸੋਚ ਦੇ ਅੰਦਰ ਵਸਾ ਲਈਏ। ਸਤ ਸੰਗਤੀ ਸਦਾ ਮਿਲ ਰਹੇ, ਸੱਚੇ ਕੇ ਗੁਣ ਸਾਰ। ਸਾਰ ਦਾ ਮਤਲਬ ਸੰਭਾਲ ਕੇ, ਸਮਝ ਕੇ, ਅਮਲ ਕਰਕੇ। ਉਹ ਬੰਦੇ ਸਦਾ ਥਿਰ ਪ੍ਰਭੂ ਦੇ ਗੁਣ ਆਪਣੇ ਹਿਰਦੇ ਦੇ ਅੰਦਰ ਸੰਭਾਲ ਕੇ ਸਾਧ ਸੰਗਤ ਵਿੱਚ, ਸਤ ਸੰਗਤ ਦੇ ਅੰਦਰ ਮਿਲੇ ਰਹਿੰਦੇ ਨੇ। ਸੱਚੇ ਪ੍ਰਭੂ ਦੇ ਗੁਣਾਂ ਨੂੰ ਆਪਣੀ ਸੋਚ ਅੰਦਰ ਸੰਭਾਲ ਕੇ ਉਹ ਹਮੇਸ਼ਾ ਸੱਚ ਦੀ ਸੰਗਤ ਵਿੱਚ ਮਿਲੇ ਰਹਿੰਦੇ ਨੇ। ਵਿਕਾਰੀਆਂ ਦੀ ਉਹ ਸੰਗਤ ਨਹੀਂ ਕਰਦੇ, ਮਾੜੀ ਸੰਗਤ ਨਹੀਂ ਕਰਦੇ, ਸੱਚ ਦੀ ਸੰਗਤ ਵਿੱਚ ਰਹਿੰਦੇ ਨੇ। ਦੁਬਧਾ ਮੈਲ ਚੁਕਾਈਆਂ, ਹਰ ਰਾਖਿਆ ਉਰਧਾਰ। ਦੁਬਧਾ ਦਾ ਮਤਲਬ ਦੋ ਵਿਦਾ, ਦੋ ਕਿਸਮਾਂ ਮਨ, ਦੋ ਕਿਸਮਾਂ ਪਨ। ਮੇਰ ਤੇਰ, ਡਾਵਾਂਡੋਲ ਦੀ ਹਾਲਾਤ, ਆਪਣੇ ਪਰਾਏ ਦੇ ਵਿਤਕਰੇ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਇਹਨੂੰ ਕਹਿੰਦੇ ਨੇ ਦੋ ਵਿਦਾ, ਦੋ ਤਰ੍ਹਾਂ ਦਾ ਜੀਵਨ। ਆਮ ਮਨੁੱਖ ਦੀ ਇਹ ਪ੍ਰੋਬਲਮ ਹੈ ਕਿ ਜੋ ਕੁਝ ਮਨੁੱਖ ਦਿਸ ਰਿਹਾ ਹੈ ਉਹ ਇਹ ਹੈ ਨਹੀਂ, ਤੇ ਜੋ ਇਹ ਹੈ ਉਹ ਦਿਸ ਨਹੀਂ ਰਿਹਾ। ਇਹਦੇ ਬਿਹੇਵੀਅਰ ਦੇ ਅੰਦਰ ਫਰਕ ਹੈ। ਆਪਣੇ ਔਰ ਪਰਾਏ ਦੇ ਵਿਤਕਰੇ ਵੇਖੇ ਜਾ ਸਕਦੇ ਨੇ, ਮੇਰ ਤੇਰ ਦੇ ਵਿਤਕਰੇ ਵੇਖੇ ਜਾ ਸਕਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦਰਸਾਏ ਮਾਰਗ ਤੇ ਚੱਲਦੇ ਨੇ, ਉਹਨਾਂ ਨੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਿਆ ਹੈ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰੋਂ ਦੁਬਦਾ ਦੀ ਮੈਲ ਦੂਰ ਕਰ ਦਿੱਤੀ ਹੈ। ਉਹਨਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹਨ, ਉਹ ਕਥਨੀ ਔਰ ਕਰਨੀ ਦੇ ਪੂਰੇ ਨੇ। ਸੱਚੀ ਬਾਣੀ, ਸੱਚ ਮਨ, ਸੱਚੇ ਨਾਲ ਪਿਆਰ। ਸੱਚ ਮਨ ਦਾ ਮਤਲਬ ਉਹਨਾਂ ਦੇ ਮਨ ਵਿੱਚ ਸੱਚ ਹੈ,
ਸੱਚੇ ਨਾਲ ਪਿਆਰ ਦਾ ਮਤਲਬ ਸੱਚੇ ਪ੍ਰਭੂ ਦੇ ਨਾਲ ਉਹਨਾਂ ਦਾ ਪਿਆਰ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸਦਾ ਥਿਰ ਪ੍ਰਭੂ ਦੀ ਜੋ ਸਿਫਤ ਸਲਾਹ ਦੀ ਬਾਣੀ ਹੈ ਉਹ ਉਹਨਾਂ ਦੇ ਮਨ ਵਿੱਚ ਵਸਦੀ ਹੈ। ਸੱਚ ਉਹਨਾਂ ਦੇ ਮਨ ਵਿੱਚ ਵਸਦਾ ਹੈ ਤੇ ਸੱਚੇ ਪ੍ਰਭੂ ਦੇ ਨਾਲ ਉਹਨਾਂ ਦਾ ਪਿਆਰ ਬਣਿਆ ਰਹਿੰਦਾ ਹੈ। ਸੱਚੇ ਪ੍ਰਭੂ ਨਾਲ ਉਹਨਾਂ ਦਾ ਪਿਆਰ ਹੈ ਤੇ ਜਿਨ੍ਹਾਂ ਦਾ ਸੱਚੇ ਪ੍ਰਭੂ ਨਾਲ ਪਿਆਰ ਹੈ ਉਹਨਾਂ ਦੀ ਨਿਸ਼ਾਨੀ ਕੀ ਹੈ? ਸੱਚੀ ਬਾਣੀ, ਸਿਫਤ ਸਲਾਹ ਦੀ ਬਾਣੀ ਉਹਨਾਂ ਦੀ ਮਨ ਵਿੱਚ ਹੈ, ਸੱਚ ਉਹਨਾਂ ਦੇ ਮਨ ਵਿੱਚ ਹੈ। ਉਹ ਸੱਚ ਬੋਲਦੇ ਨੇ, ਸੱਚ ਸੁਣਦੇ ਨੇ, ਸੱਚ ਵੇਖਦੇ ਨੇ, ਗੁਣਾਂ ਦੇ ਉਤਾਰਨੀ ਨੇ। ਅਗਲਾ ਬਚਨ ਗੁਰਦੇਵ ਜੀ ਕਰਦੇ ਨੇ, ਮਨ ਮੇਰੇ ਹਉਮੈ ਮੈਲ ਭਰ ਨਾਲ। ਪਰਨਾਲ ਦੇ ਦੋ ਅਰਥ ਕੀਤੇ ਨੇ, ਭਰਿਆ ਹੋਇਆ, ਤੇ ਭਾਈ ਸਾਹਿਬ ਸਿੰਘ ਜੀ ਪਰਨਾਲ ਦਾ ਅਰਥ ਕਰ ਰਹੇ ਨੇ। ਪਰਨਾਲ ਦਾ ਮਤਲਬ ਸਮੁੰਦਰ ਵਿੱਚ, ਸੰਸਾਰ ਸਮੁੰਦਰ ਵਿੱਚ। ਭਾਈ ਗੁਰਦਾਸ ਜੀ ਨੇ ਵੀ ਇਹ ਸ਼ਬਦ ਵਰਤਿਆ ਹੈ। ਤਾਂ ਹਉਮੈ ਮੈਲ ਪਰਨਾਲ ਦਾ ਮਤਲਬ ਕਿ ਹੇ ਮੇਰੇ ਮਨ, ਸੰਸਾਰ ਸਮੁੰਦਰ ਵਿੱਚ ਹਉਮੈ ਦੀ ਮੈਲ ਪ੍ਰਬਲ ਹੈ। ਸੰਸਾਰ ਸਮੁੰਦਰ ਵਿੱਚ ਯਾਨੀ ਸੰਸਾਰ ਦੇ ਅੰਦਰ ਜੋ ਜੀਵ ਜੰਤ ਜੀ ਰਹੇ ਨੇ, ਮਨੁੱਖ ਮਾਤਰ, ਉਹਨਾਂ ਦੇ ਅੰਦਰ ਹਉਮੈ ਦੀ ਮੈਲ ਪ੍ਰਬਲ ਹੈ। ਕਿਸੇ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਕਿਸੇ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ। ਰੱਬੀ ਰਜਾ ਭਾਣੇ ਵਿੱਚ ਨਾ ਚੱਲ ਕੇ ਬੰਦਾ ਆਪ ਖੁਦਰੇਪਨ ਦੇ ਨਾਲ ਭਰਿਆ ਹੋਇਆ। ਤਾਂ ਹੈ ਮੇਰੇ ਮਨ, ਸੰਸਾਰ ਸਾਗਰ ਦੇ ਅੰਦਰ ਮਨੁੱਖੀ ਮਨ ਵਿੱਚ ਹਉਮੈ ਦੀ ਮੈਲ ਪ੍ਰਬਲ ਹੈ। ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ। ਤੇ ਜੋ ਪ੍ਰਭੂ ਹੈ ਉਹ ਨਿਰਮਲ ਹੈ, ਇਸੇ ਵਾਸਤੇ ਉਹ ਬੜਾ ਸੋਹਣਾ ਹੈ, ਸੁੰਦਰ ਹੈ। ਪ੍ਰਭੂ ਸੁੰਦਰ ਹੈ, ਪ੍ਰਭੂ ਮੈਲ ਤੋਂ ਰਹਿਤ। ਔਰ ਸ਼ਬਦ ਸਵਾਰਨ ਹਾਰ ਦਾ ਮਤਲਬ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਸੋਹਣਾ ਬਣਾਉਣ ਦੇ ਸਮਰੱਥ, ਯਾਨੀ ਗੁਰੂ ਦੇ ਸ਼ਬਦ ਅੰਦਰ ਜੋੜ ਕੇ ਮਨੁੱਖ ਨੂੰ ਸੋਹਣੇ ਬਣਾਉਣ ਦੇ ਸਮਰੱਥ ਹੈ। ਪ੍ਰਭੂ ਨਿਰਮਲ ਹੈ ਔਰ ਸੋਹਣਾ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਰੱਬ ਦੇ ਅੰਦਰ ਸਿਰਫ ਔਰ ਸਿਰਫ ਗੁਣ ਨੇ। ਪਾਵਨ ਬਾਣੀ ਦੇ ਵਿੱਚ ਬਚਨ ਹੈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਤੇ ਸਾਡੇ ਅੰਦਰ ਨੇ ਔਗਣ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਕੁਦਰਤ ਦਾ ਇਹ ਨੇਮ ਹੈ ਕਿ ਜਿੱਥੋਂ ਅਸੀਂ ਇੱਕ ਚੀਜ਼ ਨੂੰ ਹਟਾਉਂਦੇ ਹਾਂ, ਕੁਦਰਤ ਉਹਨੂੰ ਦੂਜੀ ਚੀਜ਼ ਨਾਲ ਭਰ ਦਿੰਦੀ। ਮੰਨ ਲਓ ਇੱਕ ਗਲਾਸ ਦੇ ਅੰਦਰ ਪਾਣੀ ਹੈ, ਅਸੀਂ ਪਾਣੀ ਬਾਹਰ ਡੋਲ ਦਿੱਤਾ, ਸਾਡੇ ਖਿਆਲ ਵਿੱਚ ਉਹ ਗਲਾਸ ਖਾਲੀ ਹੋ ਗਿਆ, ਪਰ ਕੁਦਰਤ ਉਹਨੂੰ ਹਵਾ ਦੇ ਨਾਲ ਭਰ ਦਿੰਦੀ। ਅਸੀਂ ਇੱਕ ਚੀਜ਼ ਚੁੱਕਦੇ ਹਾਂ, ਦੂਜੀ ਉੱਥੇ ਆ ਜਾਂਦੀ ਹੈ। ਜਦੋਂ ਅਸੀਂ ਆਪਣੀ ਸੋਚ ਅੰਦਰੋਂ ਗੁਣਾਂ ਨੂੰ ਪਾਸੇ ਕਰ ਦਿੰਦੇ ਹਾਂ ਤਾਂ ਔਗਣਾਂ ਨੂੰ ਸੱਦਾ ਦੇਣ ਦੀ ਲੋੜ ਨਹੀਂ ਹੁੰਦੀ, ਔਗਣ ਆਪੇ ਹੀ ਆ ਜਾਂਦੇ। ਜਦੋਂ ਬੰਦਾ ਸੱਚ ਬੋਲਣਾ ਛੱਡ ਦਿੰਦਾ, ਝੂਠ ਆਪੇ ਹੀ ਆ ਜਾਂਦਾ। ਜਦੋਂ ਬੰਦੇ ਦੀ ਜ਼ਿੰਦਗੀ ਦੇ ਅੰਦਰ ਪਿਆਰ ਨਹੀਂ ਰਹਿੰਦਾ ਤਾਂ ਈਰਖਾ ਉੱਥੇ ਆਪਣੇ ਆਪ ਹੀ ਪ੍ਰਬਲ ਹੋ ਜਾਂਦੀ ਹੈ, ਈਰਖਾ ਆਪਣੇ ਆਪ ਆ ਜਾਂਦੀ ਹੈ। ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਨਿਮਰਤਾ ਨਹੀਂ ਰਹਿੰਦੀ ਤਾਂ ਹੰਕਾਰ ਆਪੇ ਹੀ ਆ ਜਾਂਦਾ ਹੈ। ਤਾਂ ਹੁਣ ਜੋ ਸਾਡੇ ਅੰਦਰ ਵਿਕਾਰ ਪਾਪ ਭਰੇ ਨੇ, ਇਹਨਾਂ ਨੂੰ ਕੱਢਿਆ ਜਾ ਸਕਦਾ ਹੈ। ਉਹਨਾਂ ਨੂੰ ਕੱਢਣ ਦਾ ਸਾਧਨ ਹੈ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਜੇ ਗੁਰੂ ਉਪਦੇਸ਼ ਮੁਤਾਬਕ ਬੰਦਾ ਜ਼ਿੰਦਗੀ ਜੀਣੀ ਸ਼ੁਰੂ ਕਰੇ ਤਾਂ ਮਨੁੱਖ ਰੱਬ ਵਰਗਾ ਸੋਹਣਾ ਸੁੰਦਰ ਹੋ ਸਕਦਾ ਹੈ। ਤਾਂ ਗੁਰੂ ਜੀ ਕਹਿ ਰਹੇ ਨੇ, ਇਹ ਭਾਈ, ਆਮ ਮਨੁੱਖ ਦਾ ਮਨ, ਸੋਚ ਹਉਮੈ ਦੀ ਮੈਲ ਨਾਲ ਭਰਿਆ ਹੋਇਆ ਹੈ। ਪ੍ਰਭੂ ਨਿਰਮਲ ਹੈ, ਸੋਹਣਾ ਹੈ, ਔਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਜੀਵਾਂ ਨੂੰ ਸਵਾਰਨਹਾਰ ਹੈ। ਇਸ ਲਈ ਹੈ ਮੇਰੇ ਮਨਾ, ਤੂੰ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਫਿਲਾਸਫੀ ਵਿਚਾਰਧਾਰਾ ਦੇ ਨਾਲ ਜੁੜ। ਰਹਾਓ, ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ। ਸੱਚੇ ਸ਼ਬਦ ਦਾ ਮਤਲਬ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਵਿੱਚ, ਰੱਬੀ ਸਿਫਤ ਸਲਾਹ ਵਿੱਚ, ਰੱਬੀ ਗੁਣਾਂ ਵਿੱਚ। ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਮੋਇਆ ਜਾਂਦਾ ਹੈ, ਜਿਨ੍ਹਾਂ ਮਨੁੱਖਾਂ ਦਾ ਮਨ ਸੱਚੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਮਸਤ ਰਹਿੰਦਾ ਹੈ, ਯਾਨੀ ਰੱਬੀ ਗੁਣਾਂ ਦੇ ਵਿੱਚ ਮਸਤ ਹੈ, ਪ੍ਰਭ ਆਪੇ ਲੈ ਮਿਲਾਏ। ਪ੍ਰਭੂ ਉਹਨਾਂ ਇਨਸਾਨਾਂ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ।
ਪ੍ਰਭੂ ਉਹਨਾਂ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਕਿਹਨਾਂ ਨੂੰ? ਜਿਨ੍ਹਾਂ ਦਾ ਮਨ ਸੱਚੇ ਪ੍ਰਭੂ ਦੇ ਗੁਣਾਂ ਦੇ ਵਿੱਚ ਮਸਤ ਰਹਿੰਦਾ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਪ੍ਰਭੂ ਦਾ ਮਿਲਾਪ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ, ਗੁਰੂ ਦੇ ਉਪਦੇਸ਼ ਨੂੰ ਮੰਨਦਿਆਂ ਹੋਇਆਂ ਰੱਬੀ ਗੁਣਾਂ ਦੇ ਅੰਦਰ ਮਸਤ ਰਹਿਣਾ, ਗੁਣਾਂ ਵਾਲੀ ਜ਼ਿੰਦਗੀ ਜੀਣੀ। ਅੰਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ। ਜੋਤ ਦਾ ਮਤਲਬ ਪ੍ਰਭੂ ਦੀ ਜੋਤ ਵਿੱਚ, ਜੋਤੀ ਦਾ ਮਤਲਬ ਮਨੁੱਖ ਦੀ ਜੋਤ, ਅੰਦਿਨ ਦਾ ਮਤਲਬ ਹਰ ਵੇਲੇ, ਨਾਮੇ ਦਾ ਮਤਲਬ ਨਾਮ ਵਿੱਚ, ਯਾਨੀ ਰੱਬੀ ਹੁਕਮ ਵਿੱਚ, ਰੱਬੀ ਗੁਣਾਂ ਦੀ ਪ੍ਰੀਤ ਵਿੱਚ। ਹਰ ਵੇਲੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗੇ ਰਹਿਣ ਕਰਕੇ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲ ਜਾਂਦੀ ਹੈ। ਤੇ ਇੱਥੇ ਜੋਤ ਦਾ ਮਤਲਬ ਹੈ ਸੋਚ। ਉਹਨਾਂ ਦੀ ਸੋਚ ਪ੍ਰਭੂ ਦੀ ਸੋਚ ਵਿੱਚ ਮਿਲ ਜਾਂਦੀ ਹੈ, ਸੋਚ ਕਰਕੇ ਰੱਬ ਵਰਗੇ ਹੋ ਜਾਂਦੇ। ਹਰ ਵਕਤ ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗੇ ਰਹਿਣ ਕਰਕੇ, ਰੰਗੇ ਰਹਿਣ ਵਾਲਿਆਂ ਦੀ ਸੋਚ ਪ੍ਰਭੂ ਦੀ ਸੋਚ ਅੰਦਰ ਮਿਲ ਜਾਂਦੀ ਹੈ। ਇਸੇ ਨੂੰ ਪਾਵਨ ਬਾਣੀ ਵਿੱਚ ਕਿਹਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਜੋਤੀ ਹੂੰ ਦਾ ਮਤਲਬ ਤੂੰ, ਜੋਤੀ ਦਾ ਮਤਲਬ ਇੱਥੇ ਹੈ ਚਾਨਣ, ਅੰਦਰਲਾ ਜੋ ਚਾਨਣ ਹੈ, ਆਤਮਿਕ ਜੀਵਨ ਦੀ ਜੋ ਸੂਝ ਹੈ। ਜਾਪਦਾ ਦਾ ਮਤਲਬ ਦਿਸਦਾ ਹੈ, ਬੂਝ ਦਾ ਮਤਲਬ ਸਮਝ। ਪ੍ਰਭੂ ਅੰਦਰਲੀ ਜੋਤ ਦੀ ਰਾਹੀਂ, ਸੋਚ ਦੀ ਰਾਹੀਂ ਹੀ ਦਿਸਦਾ ਹੈ, ਪਰ ਗੁਰੂ ਤੋਂ ਬਿਨਾ ਉਹਦੀ ਸਮਝ ਨਹੀਂ ਪੈਂਦੀ, ਆਤਮਿਕ ਜੀਵਨ ਦੀ ਸੂਝ ਦੀ ਸਮਝ ਨਹੀਂ ਪੈਂਦੀ। ਹੁਣ ਦੇਖੋ, ਜਾਪਦਾ ਦਾ ਮਤਲਬ ਦਿਸਦਾ ਹੈ, ਸਮਝ ਆਉਂਦੀ ਹੈ, ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਹੁਣ ਕਿਵੇਂ ਪਤਾ ਲੱਗੇ ਕਿ ਮੈਂ ਪ੍ਰਭੂ ਨੂੰ ਪਾ ਲਿਆ ਹੈ ਜਾਂ ਤੁਸੀਂ ਪਾ ਲਿਆ ਹੈ? ਇਹ ਹੁਣ ਮੇਰੀ ਸੋਚ ਤੋਂ ਹੀ ਪਤਾ ਲੱਗੇਗਾ ਨਾ, ਮੇਰੀ ਮੈਂਟੈਲਿਟੀ, ਮੇਰੀ ਮਾਨਸਿਕਤਾ ਕਿੱਥੇ ਖੜੀ ਹੈ, ਮੇਰੀ ਸੋਚ ਕਿੱਥੇ ਖੜੀ ਹੈ। ਜੈਸੀ ਕਿਸੇ ਦੀ ਸੋਚ ਹੋਏਗੀ ਵੈਸੇ ਹੀ ਉਹਦੇ ਕਰਮ ਹੋਣਗੇ, ਉਹਦਾ ਬਿਹੇਵੀਅਰ ਹੋਏਗਾ। ਤਾਂ ਅੰਦਰਲੀ ਜੋ ਸੂਝ ਬੂਝ ਹੈ, ਆਤਮਿਕ ਜੀਵਨ ਦੀ ਸੂਝ ਹੈ, ਅੰਦਰਲੀ ਜੋ ਮਨੁੱਖ ਦੀ ਸੋਚ ਹੈ, ਉਹਦੇ ਤੋਂ ਹੀ ਪ੍ਰਭੂ ਜਾਪਦਾ ਹੈ। ਪਰ ਉਹ ਜੋ ਸੋਚ ਹੈ, ਅੰਦਰਲੀ ਰੱਬ ਵਰਗੀ ਸੋਚ, ਉਹਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਆਉਂਦੀ, ਗਿਆਨ ਤੋਂ ਬਿਨਾਂ ਨਹੀਂ ਆਉਂਦੀ, ਵਿਵੇਕ ਬੁੱਧ ਤੋਂ ਬਿਨਾਂ ਨਹੀਂ ਆਉਂਦੀ। ਤਾਂ ਗੁਰੂ ਦੀ ਪਾਵਨ ਬਾਣੀ ਰਾਹੀਂ ਅਸੀਂ ਵਿਵੇਕ ਬੁੱਧ ਹਾਸਲ ਕਰਨੀ ਹੈ। ਠੀਕ ਔਰ ਗਲਤ ਦਾ ਨਿਰਣਾ ਕਰਨ ਵਾਲੀ ਬੁੱਧ ਨੂੰ ਕਹਿੰਦੇ ਨੇ ਵਿਵੇਕ ਬੁੱਧ। ਤਾਂ ਗੁਰੂ ਜੀ ਕਹਿੰਦੇ ਨੇ ਅੰਦਰਲੀ ਜੋਤ ਦੀ ਰਾਹੀਂ, ਸੂਝ ਸਮਝ ਦੀ ਰਾਹੀਂ ਹੀ ਪ੍ਰਭੂ ਦਿਸਦਾ ਹੈ, ਪਰ ਗੁਰੂ ਤੋਂ ਬਿਨਾਂ ਇਸ ਜੋਤ ਦੀ ਯਾਨੀ ਸੂਝ ਦੀ, ਗਿਆਨ ਦੀ ਸਮਝ ਨਹੀਂ ਆਉਂਦੀ, ਅੰਦਰਲੇ ਆਤਮਿਕ ਜੀਵਨ ਦੀ ਸਮਝ ਨਹੀਂ ਆਉਂਦੀ। ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਭੇਟਿਆ ਦਾ ਮਤਲਬ ਮਿਲਿਆ, ਪੂਰਬ ਲਿਖਿਆ, ਜਿਨ੍ਹਾਂ ਦੇ ਮਸਤਕ ਤੇ ਪੂਰਬਲੇ ਲੇਖ ਲਿਖੇ ਨੇ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ। ਉਹ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਉਹਨਾਂ ਦਾ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਜਿਨ੍ਹਾਂ ਦੇ ਮਸਤਕ ਤੇ ਪੂਰਬਲੇ ਲੇਖ ਲਿਖੇ ਨੇ। ਹੁਣ ਪੂਰਬਲੇ ਲੇਖ ਆਪਾਂ ਬਹੁਤ ਵਾਰ ਵਿਚਾਰ ਚੁੱਕੇ ਹਾਂ, ਪਰ ਇਸ ਕਰਕੇ ਦੁਹਰਾ ਦਈਦਾ ਹੈ ਕਿ ਕਈ ਵਾਰ ਕੋਈ ਨਵਾਂ ਵੀਰ ਭੈਣ ਸੁਣਦਾ ਹੈ ਤਾਂ ਉਹ ਇਸ ਚੀਜ਼ ਤੋਂ ਵਾਂਝਾ ਨਾ ਰਹੇ। ਜੋ ਅਸੀਂ ਰੋਜ਼ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹ ਸੰਸਕਾਰ ਸਾਡੇ ਅੰਦਰ ਪੈਦਾ ਹੋਈ ਜਾਂਦੇ ਨੇ, ਉਹ ਸੰਸਕਾਰ ਪੱਕੇ ਬਣਦੇ ਜਾਂਦੇ ਨੇ। ਇਸੇ ਨੂੰ ਕਹਿੰਦੇ ਨੇ ਪੂਰਬਲਾ ਲੇਖ, ਜੋ ਅਸੀਂ ਪਾਸਟ ਦੇ ਅੰਦਰ ਆਪਣੇ ਅੰਦਰ ਵਿਚਾਰਧਾਰਾ ਬਣਾ ਚੁੱਕੇ ਹਾਂ। ਤਾਂ ਜਿਨ੍ਹਾਂ ਦੇ ਅੰਦਰ ਮਿਲਾਪ ਵਾਲੇ ਲੇਖ ਲਿਖੇ ਨੇ, ਮਿਲਾਪ ਵਾਲੀ ਵਿਚਾਰਧਾਰਾ ਹੈ, ਮਿਲਾਪ ਵਾਲਾ ਨਿਊਰੋਨਲ ਪੈਟਰਨ ਬਣਿਆ ਹੈ, ਮਿਲਾਪ ਵਾਲਾ ਸੁਭਾਅ ਬਣਿਆ ਹੈ, ਉਹਨਾਂ ਨੂੰ ਗੁਰੂ ਆ ਮਿਲਦਾ ਹੈ। ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ। ਤੇ ਹੁਣ ਜਿਹੜੇ ਬੰਦੇ ਸ਼ਰਾਬ ਬਾਰੇ, ਵਿਕਾਰਾਂ ਬਾਰੇ, ਪਾਪਾਂ ਬਾਰੇ ਸੋਚਦੇ ਨੇ, ਉਹ ਉਧਰ ਚਲੇ ਜਾਣਗੇ। ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਅੰਦਰ ਕੀ ਲਿਖਣਾ ਚਾਹੁੰਦੇ ਹਾਂ, ਕੀ ਬੀਜਣਾ ਚਾਹੁੰਦੇ ਹਾਂ। ਇਸ ਲਈ ਸਾਨੂੰ ਗੁਰੂ ਦੀ ਪਾਵਨ ਬਾਣੀ ਦੇ ਸ਼ੁਭ ਵਿਚਾਰ, ਗੁਰੂ ਦਾ ਸ਼ੁਭ ਵਿਚਾਰ, ਗੁਰੂ ਦਾ ਮਹਾਨ ਗਿਆਨ, ਫਲਸਫਾ, ਗੁਰੂ ਦੀ ਵਿਚਾਰਧਾਰਾ, ਬ੍ਰਹਿਮੰਡੀ ਸੱਚ ਬਾਰੇ ਹੀ ਸੋਚਣਾ, ਬੋਲਣਾ, ਵਿਚਾਰਨਾ ਔਰ ਕਰਮ ਕਰਨੇ ਚਾਹੀਦੇ ਨੇ। ਵਿਣ ਨਾਮੈ ਸਭ ਡੂਮਣੀ, ਦੂਜੈ ਭਾਏ ਖੁਆਏ।
ਡੁੰਮਣੀ, ਇੱਥੇ ਡੂ ਦਾ ਮਤਲਬ ਦੋ, ਮਣੀ ਦਾ ਮਤਲਬ ਮਨੀ, ਦੋ ਮਨੀ, ਦੋ ਚਿੱਤੀ, ਦੁਬਦਾ ਦੇ ਅੰਦਰ ਫਸੀ ਹੋਈ। ਸਭ ਡੁੰਮਣੀ ਦਾ ਮਤਲਬ ਸਾਰੀ ਲੁਕਾਈ ਜੋ ਦੁਬਦਾ ਦੇ ਅੰਦਰ ਫਸੀ ਹੋਈ ਹੈ। ਦੂਜੇ ਭਾਏ ਦਾ ਮਤਲਬ ਕਿਸੇ ਹੋਰ ਦਾ ਪਿਆਰ, ਰੱਬੀ ਗੁਣਾਂ ਨੂੰ ਛੱਡ ਕੇ ਵਿਕਾਰਾਂ ਦਾ ਪਿਆਰ। ਖੁਆਏ ਦਾ ਮਤਲਬ ਖੁੰਝ ਜਾਂਦੀ ਹੈ, ਕੁਰਾਏ ਪੈ ਜਾਂਦੀ ਹੈ। ਸਾਰੀ ਲੁਕਾਈ ਰੱਬੀ ਹੁਕਮ ਵਿੱਚ ਤੁਰਨ ਤੋਂ ਬਿਨਾਂ ਦੁਬਦਾ ਵਿੱਚ ਫਸੀ ਰਹਿੰਦੀ ਹੈ ਔਰ ਮਾਇਆ ਦੇ ਪਿਆਰ ਵਿੱਚ ਪੈ ਕੇ ਜੀਵਨ ਦੇ ਅਸਲ ਰਾਹ ਤੋਂ ਖੁੰਝ ਜਾਂਦੀ। ਹੁਣ ਸਾਰੀ ਲੁਕਾਈ, ਉਹ ਸਾਰੀ ਲੁਕਾਈ ਜੋ ਵਿਣਨਾਵੇਂ ਦਾ ਮਤਲਬ ਰੱਬੀ ਰਜ਼ਾ ਤੋਂ ਵਾਂਝੀ ਹੈ। ਜੋ ਲੋਕ ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਆਪ ਹੁਦਰੇ ਨੇ, ਲਾ ਆਫ ਨੇਚਰ ਨੂੰ ਨਹੀਂ ਸਮਝਦੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਉਹ ਸਾਰੇ ਦੁਬਦਾ ਦੇ ਅੰਦਰ ਹੀ ਫਸੇ ਹੋਏ ਨੇ, ਦੁਚਤਾ ਵਿੱਚ ਹੀ ਫਸੇ ਹੋਏ ਨੇ, ਦੁਚਤੀ ਵਿੱਚ। ਇਸੇ ਕਰਕੇ ਲੋਕਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ, ਆਪਣੇ ਪਰਾਏ ਦੇ ਵਿਤਕਰੇ ਹਨ। ਅਸੀਂ ਆਪਣੀ ਜ਼ਿੰਦਗੀ ਵੱਲ ਵੇਖੀਏ, ਆਪਣੇ ਰਿਸ਼ਤੇਦਾਰ, ਸੱਜਣ ਮਿੱਤਰ, ਭੈਣ ਭਰਾ, ਚੌਗਿਰਦੇ ਸਮਾਜ ਵੱਲ ਵੇਖੀਏ ਔਰ ਆਪ ਨੂੰ ਹੀ ਇਮਾਨਦਾਰੀ ਦੇ ਨਾਲ ਪਰਖੀਏ ਤਾਂ ਹਕੀਕਤ ਹੈ ਮੇਰ ਤੇਰ ਦੇ ਵਿਤਕਰੇ ਆਮ ਮਨੁੱਖ ਦੇ ਅੰਦਰ ਪ੍ਰਬਲ ਨੇ। ਜੋ ਬਿਹੇਵੀਅਰ ਬੰਦਾ ਆਪਣੀ ਧੀ ਭੈਣ ਦੇ ਨਾਲ ਕਰਦਾ ਹੈ, ਸੋਚ ਰੱਖਦਾ ਹੈ, ਉਸ ਨਜ਼ਰੀ ਨਾਲ ਬੇਗਾਨੀ ਧੀ ਭੈਣ ਨੂੰ ਨਹੀਂ ਵਿੰਦਾ, ਤਾਂ ਇਸੇ ਨੂੰ ਕਹਿੰਦੇ ਨੇ ਦੋ ਚਿੱਤਾਪਨ। ਜੋ ਕੁਝ ਆਪਣੇ ਵਾਸਤੇ ਸੋਚਦਾ ਹੈ ਉਹ ਦੂਜਿਆਂ ਵਾਸਤੇ ਨਹੀਂ ਸੋਚਦਾ, ਇਸੇ ਨੂੰ ਕਹਿੰਦੇ ਨੇ ਦੋ ਚਿੱਤਾਪਨ। ਬੰਦਾ ਦੇਸ ਕੁਝ ਹੋਰ ਰਿਹਾ ਹੈ ਲੇਕਿਨ ਵਾਸਤਵਿਕਤਾ ਇਹਦੀ ਕੁਝ ਹੋਰ ਹੈ, ਇਸੇ ਨੂੰ ਦੋ ਚਿੱਤਾਪਨ ਕਹਿੰਦੇ ਨੇ। ਔਰ ਇਹ ਪੂਰੇ ਜਗਤ ਦੇ ਅੰਦਰ ਬਹੁਗਿਣਤੀ ਮਨੁੱਖਾਂ ਵਿੱਚ ਫੈਲੀ ਹੋਈ ਵਿਚਾਰ ਹੈ। ਤਾਂ ਗੁਰੂ ਜੀ ਕਹਿੰਦੇ ਨੇ, हे ਭਾਈ, ਜੋ ਰੱਬੀ ਰਜ਼ਾ ਤੋਂ ਵਾਂਝੇ ਨੇ, ਰੱਬੀ ਰਜ਼ਾ ਵਿੱਚ ਨਹੀਂ ਚੱਲਦੇ, ਉਹ ਸਾਰੀ ਲੁਕਾਈ ਦੁਬਦਾ ਵਿੱਚ ਫਸੀ ਹੋਈ ਹੈ। ਰੱਬੀ ਗੁਣਾਂ ਦੇ ਪਿਆਰ ਨੂੰ ਛੱਡ ਕੇ ਮਾਇਆ ਦੇ ਪਿਆਰ ਦੇ ਅੰਦਰ ਜੀਵਨ ਦੇ ਸਹੀ ਰਾਸਤੇ ਤੋਂ ਖੁੰਝੀ ਹੋਈ ਹੈ। ਕਿਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ। ਇਹਨੂੰ ਦੁਖੀ ਨਹੀਂ ਪੜਨਾ, ਦੁਖੀ ਬਿੰਦੀ ਲਗਾ ਕੇ ਦੁੱਖਾਂ ਵਿੱਚ। ਦੁਖੀ ਦਾ ਮਤਲਬ ਹੋਏਗਾ ਇੱਕ ਬੰਦਾ ਦੁਖੀ, ਤੇ ਦੁਖੀ ਦਾ ਮਤਲਬ ਹੈ ਦੁੱਖਾਂ ਵਿੱਚ। ਕਿਸ ਬਿਨ ਘੜੀ ਨਾ ਜੀਵਦੀ, ਪ੍ਰਭੂ ਦੇ ਹੁਕਮ, ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ ਲੁਕਾਈ ਇੱਕ ਪਲ ਵਾਸਤੇ ਵੀ ਆਤਮਿਕ ਜੀਵਨ ਨਹੀਂ ਜਿਉਂਦੀ, ਨਹੀਂ ਮਾਣ ਸਕਦੀ। ਉਹਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿੱਚ ਹੀ ਗੁਜ਼ਰਦੀ। ਤਾਂ ਇਸ ਚੀਜ਼ ਨੂੰ ਸਮਝ ਲਈਏ ਕਿ ਰੱਬੀ ਰਜ਼ਾ ਵਿੱਚ ਤੁਰਨ ਤੋਂ ਬਿਨਾ, ਰੱਬੀ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾ ਆਤਮਿਕ ਜੀਵਨ ਨਹੀਂ ਜੀਵਿਆ ਜਾ ਸਕਦਾ। ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀਵੀ ਜਾ ਸਕਦੀ ਰੱਬੀ ਗੁਣਾਂ ਤੋਂ ਬਿਨਾ। ਔਰ ਜਦੋਂ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਨਹੀਂ ਜੀਣੀ ਤਾਂ ਸਾਰਾ ਜੀਵਨ ਦੁੱਖਾਂ ਦੇ ਅੰਦਰ ਬੀਤੇਗਾ। ਭਰਮ ਭੁਲਾਣਾ ਅੰਧੁਲਾ, ਫਿਰ ਆਵੇ ਜਾਏ। ਅੰਧੁਲਾ ਦਾ ਮਤਲਬ ਅੰਨਾ। ਉਹ ਅੰਨਾ ਨਹੀਂ ਜਿਹਦੀਆਂ ਅੱਖਾਂ ਨਹੀਂ ਹਨ, ਉਹ ਅੰਨਾ ਜਿਹੜਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਹੈ, ਜਿਹੜਾ ਇਨਸਾਨ ਜੀਵਨ ਦੇ ਸਹੀ ਰਾਸਤੇ ਤੋਂ ਖੁੰਝਿਆ ਹੋਇਆ ਹੈ। ਤਾਂ ਮਾਇਆ ਮੋਹ ਦੇ ਵਿੱਚ ਅੰਨਾ ਹੋਇਆ ਜੀਵ ਭਟਕਣਾ ਵਿੱਚ ਪੈ ਕੇ ਜੀਵਨ ਰਾਹ ਤੋਂ ਖੁੰਝ ਜਾਂਦਾ ਹੈ। ਫਿਰ ਦਾ ਮਤਲਬ ਮੁੜ ਮੁੜ ਕੇ, ਆਵੇ ਜਾਏ ਦਾ ਮਤਲਬ ਭਟਕਦਾ ਹੈ, ਭਟਕਣਾ ਵਿੱਚ ਪਿਆ ਰਹਿੰਦਾ ਹੈ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ, ਮਨੁੱਖ ਮੁੜ ਮੁੜ ਕੇ ਭਟਕਣਾ ਵਿੱਚ ਪਿਆ ਰਹਿੰਦਾ ਹੈ। ਮੀਨਸ ਕਿ ਸਾਰੀ ਜ਼ਿੰਦਗੀ, ਸਾਰਾ ਜੀਵਨ ਹੀ ਭਟਕਦਾ ਰਹਿੰਦਾ ਹੈ, ਜੀਵਨ ਦੇ ਅਸਲ ਰਾਹ ਤੋਂ ਖੁੰਝਿਆ ਰਹਿੰਦਾ ਹੈ। ਉਹਦੇ ਮਨ ਨੂੰ ਟਿਕਾਵ ਨਹੀਂ ਹੁੰਦਾ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ। ਚਾਰੇ ਕੁੰਡਾ ਭਾਲੇ ਵਾਲੀ ਦਸ਼ਾ ਉਹਦੀ ਬਣੀ ਰਹਿੰਦੀ ਹੈ। ਨਦਰ ਕਰੇ ਪ੍ਰਭ ਆਪਣੀ, ਆਪੇ ਲੈ ਮਿਲਾਏ। ਪ੍ਰਭੂ ਆਪ ਹੀ ਜਿਸ ਦੇ ਉੱਤੇ ਰਹਿਮਤ ਕਰਦਾ ਹੈ ਉਹਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਰੱਬ ਦੀ ਨਦਰ ਰਹਿਮਤ ਕਿਵੇਂ ਮਿਲਦੀ ਹੈ ਉਹ ਆਪਾਂ ਪਿਛਲੀਆਂ ਪੰਕਤੀਆਂ ਵਿੱਚ ਵਿਚਾਰ ਰਹੇ ਹਾਂ। ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਜੀਵਿਆ। ਤਾਂ ਜੋ ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਜੀਂਦੇ ਹਨ ਉਹਨਾਂ ਤੇ ਪ੍ਰਭੂ ਆਪ ਰਹਿਮਤ ਕਰਦਾ ਹੈ ਤੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਭ ਕੁਝ ਸੁਣਦਾ ਵੇਖਦਾ
क्यों मुकर पाया जाए। मुकर नहीं पढ़ना, मुकर। मुकर का मतलब मुकर जाना। ਤਾਂ ਸਭ ਕੁਝ ਸੁਣਦਾ ਵੇਖਦਾ। ਅਸੀਂ ਜੀਵ ਜੋ ਕੁਛ ਵੀ ਕਰਦੇ ਹਾਂ, ਬੋਲਦੇ ਹਾਂ, ਉਹ ਸਾਡੇ ਹਰ ਕਰਮ ਨੂੰ ਵੇਖਦਾ ਵੀ ਏ ਔਰ ਸਾਡੇ ਹਰ ਬੋਲ ਨੂੰ ਸੁਣਦਾ ਵੀ ਏ, ਯਾਨੀ ਮੌਕੇ ਦਾ ਗਵਾਹ ਹੈ। ਇਸ ਵਾਸਤੇ ਉਹਦੀ ਹਜ਼ੂਰੀ ਵਿੱਚ ਆਪਣੇ ਕੀਤੇ ਚਿਤਵੇ ਮੰਦ ਕਰਮਾਂ ਤੋਂ ਮੁੱਕਰਿਆ ਨਹੀਂ ਜਾ ਸਕਦਾ। ਕਿਉਂ ਮੁੱਕਰ ਪਾਇਆ ਜਾਏ ਦਾ ਮਤਲਬ ਕਿਵੇਂ ਮੁੱਕਰਿਆ ਜਾ ਸਕਦਾ ਹੈ। ਕਿਵੇਂ ਮੁੱਕਰਿਆ ਜਾ ਸਕਦਾ ਹੈ? ਮੁੱਕਰਿਆ ਤੇ ਤਾਂ ਜਾ ਸਕਦਾ ਨਾ ਜੇਕਰ ਕੋਈ ਸਾਨੂੰ ਵੇਖਦਾ ਨਾ ਹੋਵੇ, ਚੋਰੀ ਕੀਤੀ ਹੋਵੇ, ਪਰ ਕਿਸੇ ਨੇ ਵੇਖਿਆ ਨਾ ਹੋਵੇ ਤੇ ਬੰਦਾ ਮੁੱਕਰ ਜਾਂਦਾ ਕਿ ਮੈਂ ਨਹੀਂ ਕੀਤੀ। ਜਾਂ ਬੰਦਾ ਪੈਸੇ ਲੈ ਕੇ ਮੁੱਕਰ ਜਾਂਦਾ ਕਿ ਮੈਂ ਨਹੀਂ ਲਏ। ਲੇਕਿਨ ਹੁਣ ਜਿਸ ਬੰਦੇ ਨੇ ਦਿੱਤੇ ਨੇ ਉਹਨੂੰ ਤੇ ਪਤਾ ਹੈ। ਨੰਬਰ 2, ਆਪਣੇ ਆਪ ਤੋਂ ਬੰਦਾ ਕਿਵੇਂ ਮੁੱਕਰੇਗਾ। ਮਿਸਾਲ ਵਜੋਂ ਮੈਂ ਕੋਈ ਗਲਤ ਕਰਮ ਕੀਤਾ, ਚੋਰੀ ਕੀਤੀ, ਤੁਹਾਡੇ ਤੋਂ ਤੇ ਮੈਂ ਮੁੱਕਰ ਗਿਆ, ਸਮਾਜ ਕੋਲੋਂ ਮੁੱਕਰ ਗਿਆ ਕਿ ਮੈਂ ਇਹ ਕੰਮ ਨਹੀਂ ਕੀਤਾ। ਲੇਕਿਨ ਮੈਂ ਆਪਣੇ ਆਪੇ ਤੋਂ ਕਿਵੇਂ ਮੁੱਕਰਾਂ ਕਿ ਮੈਂ ਨਹੀਂ ਕੀਤਾ। ਮੇਰੇ ਅੰਦਰਲਾ ਤੇ ਰੱਬ ਵੇਖ ਰਿਹਾ ਨਾ ਮੈਨੂੰ, ਉਹਦੇ ਤੋਂ ਮੈਂ ਕਿਵੇਂ ਮੁੱਕਰ ਸਕਦਾ ਹਾਂ। ਜਿਹੜੇ ਬੋਲ ਮੈਂ ਬੋਲੇ ਨੇ, ਮੈਂ ਆਪਣੇ ਆਪ ਤੋਂ ਕਿਵੇਂ ਮੁੱਕਰ ਸਕਦਾ ਹਾਂ। ਅਗਲੀ ਗੱਲ, ਰੱਬੀ ਸਿਸਟਮ ਦੇ ਅੰਦਰ, ਰੱਬੀ ਰਜ਼ਾ ਦੇ ਅੰਦਰ ਸਾਡਾ ਹਰ ਕਰਮ ਔਰ ਸਾਡਾ ਹਰ ਬੋਲ ਵਿਚਾਰਿਆ ਜਾ ਰਿਹਾ ਹੈ ਔਰ ਉਹਦਾ ਨਾਲ ਦੇ ਨਾਲ ਸਾਨੂੰ ਫਲ ਵੀ ਮਿਲੀ ਜਾਂਦਾ ਹੈ। ਕਿਵੇਂ? ਮਿਸਾਲ ਵਜੋਂ ਮੈਂ ਆਪ ਦੇ ਨਾਲ ਵਿਚਾਰ ਕਰ ਰਿਹਾ ਹਾਂ, ਪਰ ਕਿਸੇ ਵੀਰ ਭੈਣ ਨੂੰ ਵੇਖ ਕੇ ਮੇਰੇ ਅੰਦਰ ਈਰਖਾ ਪੈਦਾ ਹੋ ਰਹੀ ਹੈ। ਹੁਣ ਬਾਹਰੋਂ ਤਾਂ ਮੈਂ ਖੁਸ਼ ਨਜ਼ਰੀ ਪੈ ਰਿਹਾ, ਤੁਹਾਨੂੰ ਤਾਂ ਨਹੀਂ ਪਤਾ ਲੱਗ ਰਿਹਾ, ਪਰ ਮੈਂ ਆਪਣੇ ਆਪ ਤੋਂ ਕਿਵੇਂ ਮੁੱਕਰਾਂ ਕਿਉਂਕਿ ਅੰਦਰ ਤੇ ਮੇਰੇ ਈਰਖਾ ਚੱਲ ਰਹੀ ਹੈ। ਔਰ ਉਹ ਜੋ ਰੱਬੀ ਸਿਸਟਮ ਹੈ, ਲਾ ਆਫ ਨੇਚਰ ਹੈ, ਰੱਬੀ ਹੁਕਮ ਹੈ, ਉਹਦੇ ਅੰਦਰ ਮੈਂ ਅੰਦਰੇ ਅੰਦਰ ਸੜ ਰਿਹਾ ਹਾਂ। ਹੁਣ ਇਸ ਚੀਜ਼ ਤੋਂ ਮੈਂ ਭਗੌੜਾ ਨਹੀਂ ਹੋ ਸਕਦਾ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਸਾਡਾ ਹਰ ਬੋਲ, ਸਾਡਾ ਹਰ ਕਰਮ ਲੇਖੇ ਜੋਖੇ ਵਿੱਚ ਹੈ, ਉਹਦੇ ਤੋਂ ਮੁੱਕਰਿਆ ਨਹੀਂ ਜਾ ਸਕਦਾ। ਉਹਦੇ ਮੁਤਾਬਕ ਹੀ ਸਾਨੂੰ ਸੁੱਖ ਔਰ ਦੁੱਖ ਮਿਲਦੇ ਨੇ। ਪਾਪੋ ਪਾਪ ਕਮਾਉਂਦੇ, ਪਾਪੇ ਪਚਹਿ ਪਚਾਏ। ਪਚੈ ਦਾ ਮਤਲਬ ਖੁਆਰ ਹੁੰਦੇ ਨੇ। ਪਾਪੋ ਪਾਪ ਦਾ ਮਤਲਬ ਪਾਪ ਹੀ ਪਾਪ, ਪਾਪੇ ਦਾ ਮਤਲਬ ਪਾਪ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਤਾਂ ਹੀ ਜਿਹੜੇ ਬੰਦੇ ਸਾਰੀ ਉਮਰ ਪਾਪ ਹੀ ਪਾਪ ਕਮਾਉਂਦੇ ਨੇ, ਉਹ ਸਦਾ ਪਾਪਾਂ ਦੇ ਅੰਦਰ ਹੀ ਸੜਦੇ ਭੁੱਜਦੇ ਰਹਿੰਦੇ ਨੇ, ਦੁਖੀ ਰਹਿੰਦੇ ਨੇ। ਕਿਉਂਕਿ ਸਭ ਕੀ ਸੁਣਦਾ ਵੇਖਦਾ, ਰੱਬੀ ਹੁਕਮ ਦੇ ਅੰਦਰ ਹਰ ਚੀਜ਼ ਦਾ ਸਾਨੂੰ ਫਲ ਮਿਲ ਰਿਹਾ ਨਾ, ਸਿਸਟਮ ਤੋਂ ਭਗੌੜਾ ਹੋਇਆ ਨਹੀਂ ਜਾ ਸਕਦਾ। ਇਸ ਲਈ ਜਿਹੜੇ ਬੰਦੇ ਸਾਰੀ ਉਮਰ ਪਾਪ ਹੀ ਪਾਪ ਕਮਾਉਂਦੇ ਨੇ, ਉਹ ਪਾਪਾਂ ਦੇ ਅੰਦਰ ਹੀ ਸੜਦੇ ਭੁੱਜਦੇ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਚੇਂਜਿੰਗ ਨਹੀਂ ਆਉਂਦੀ। ਸੋ ਪ੍ਰਭ ਨਦਰ ਨਾ ਆਵਈ, ਮਨਮੁਖ ਬੂਝ ਨਾ ਪਾਏ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਪ੍ਰਭੂ ਸਭ ਕੁਝ ਸੁਣਨ ਔਰ ਵੇਖਣ ਵਾਲਾ ਹੈ, ਔਰ ਉਹਨੂੰ ਪ੍ਰਭੂ ਨਜ਼ਰੀ ਹੀ ਨਹੀਂ ਪੈਂਦਾ। ਸੋ ਪ੍ਰਭ ਨਦਰ ਨਾ ਆਵਈ, ਉਹ ਰੱਬ ਨੂੰ ਵੇਖਦਾ ਹੀ ਨਹੀਂ, ਉਹਨੂੰ ਨਜ਼ਰੀ ਨਹੀਂ ਪੈਂਦਾ। ਮਨ ਦੇ ਪਿੱਛੇ ਤੁਰਨ ਵਾਲਾ ਜੋ ਆਪ ਖੁਦਰਾ ਮਨੁੱਖ ਹੈ, ਉਹਨੂੰ ਨਜ਼ਰੀ ਨਹੀਂ ਪੈਂਦਾ, ਉਹ ਨਹੀਂ ਵੇਖਦਾ। ਹੁਣ ਨਹੀਂ ਵੇਖਦਾ ਜਾਂ ਨਹੀਂ ਦਿਸਦਾ ਜਾਂ ਨਹੀਂ ਵੇਖਦਾ, ਇਹਦਾ ਭਾਵ ਕੀ ਹੈ? ਕਿ ਉਹ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਬੰਦਾ ਨਹੀਂ ਕਰਦਾ। ਉਹ ਆਪਣੇ ਅੰਦਰੋਂ ਵੀ ਰੱਬੀ ਗੁਣਾਂ ਨੂੰ ਨਹੀਂ ਵੇਖਦਾ, ਉਹ ਦੂਜਿਆਂ ਦੇ ਅੰਦਰ ਰੱਬੀ ਗੁਣਾਂ ਨੂੰ ਨਹੀਂ ਦੇਖਦਾ, ਉਹ ਕਿਸੇ ਦੇ ਅੰਦਰ ਵੀ ਇਸ ਸੰਭਾਵਨਾ ਨੂੰ ਤੱਕਦਾ ਹੀ ਨਹੀਂ ਹੈ। ਉਹਨੂੰ ਇਸ ਗੱਲ ਦੀ ਸੂਝ ਹੀ ਨਹੀਂ ਹੈ ਕਿ ਹਰ ਇੱਕ ਦੇ ਅੰਦਰ ਪ੍ਰਭੂ ਵਸਦਾ ਹੈ, ਹਰ ਇੱਕ ਦੇ ਅੰਦਰ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨਾ। ਉਹਨੂੰ ਇਸ ਗੱਲ ਦੀ ਸੂਝ ਸਮਝ ਨਹੀਂ। ਕਿਹਨੂੰ? ਜੋ ਆਪ ਖੁਦਰਾ ਹੈ। ਜਿਸ ਵੇਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਪਰ ਗੁਰੂ ਜੀ ਕਹਿੰਦੇ ਨੇ, हे ਨਾਨਕ, ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣਾ ਵਿਖਾਉਂਦਾ ਨਾ, ਆਪਣਾ ਆਪਾ, ਉਹ ਹੀ ਵੇਖਦਾ ਹੈ। ਪਰ ਆਪਣਾ ਆਪਾ ਕਿਹਨੂੰ ਵਿਖਾਉਂਦਾ ਹੈ? ਕੌਣ ਵੇਖਦਾ ਹੈ? ਨਾਨਕ ਗੁਰਮੁਖ ਪਾਏ। ਗੁਰਮੁਖ ਪਾਏ ਦਾ ਮਤਲਬ ਗੁਰੂ ਦੀ ਸ਼ਰਨ ਪੈ ਕੇ ਇਹ ਸੂਝ ਹਾਸਲ ਹੁੰਦੀ ਹੈ। ਗੁਰੂ ਦੀ ਸ਼ਰਨ ਪੈ ਕੇ ਸੂਝ ਹਾਸਲ ਹੁੰਦੀ ਹੈ। ਤਾਂ ਇਹਦਾ ਮਤਲਬ ਜੇ ਅਸੀਂ ਵੀ ਚਾਰ ਚੁਫੇਰੇ ਰੱਬੀ ਨੂਰ ਜ਼ਹੂਰ ਨੂੰ ਤੱਕਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਗੁਰੂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।
ਮਨ ਬਚਨ ਕਰਮ ਕਰਕੇ ਗੁਰਬਾਣੀ ਦੇ ਧਾਰਨੀ ਹੋਣਾ ਚਾਹੀਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ। ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ ਹਉਮੈ ਦਾ ਰੋਗ ਖਤਮ ਨਹੀਂ ਹੁੰਦਾ। ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ ਹਉਮੈ ਦੀ ਪੀੜਾ ਵੀ ਖਤਮ ਨਹੀਂ ਹੁੰਦੀ, ਕਿਉਂਕਿ ਜਿੱਥੇ ਹਉਮੈ ਦਾ ਰੋਗ ਹੋਏਗਾ ਉੱਥੇ ਹਉਮੈ ਦੀ ਪੀੜਾ ਵੀ ਹੋਏਗੀ, ਉੱਥੇ ਉਸ ਰੋਗ ਦਾ ਦੁੱਖ ਵੀ ਹੋਏਗਾ। ਤੇ ਇਹ ਦੁੱਖ, ਇਹ ਪੀੜਾ ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ ਨਹੀਂ ਟੁੱਟਦੀ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹਿ ਸਮਾਏ। ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦੇ ਸੋਚ ਅੰਦਰ, ਮਨ ਵਿੱਚ ਰੱਬੀ ਗੁਣ ਵਸ ਜਾਂਦੇ ਨੇ, ਉਹ ਹਮੇਸ਼ਾ ਪ੍ਰਭੂ ਦੇ ਅੰਦਰ ਹੀ ਸਮਾ ਜਾਂਦਾ ਹੈ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਭਰਮ ਦਾ ਮਤਲਬ ਭਟਕਣਾ ਵਿੱਚ, ਭੁਲਾਏ ਦਾ ਮਤਲਬ ਖੁੰਝਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਵਿੱਚ ਜੁੜਿਆ, ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਵਿਆਂ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਬਿਨਾਂ ਗੁਰੂ ਦੇ ਉਪਦੇਸ਼ ਤੋਂ ਮਨੁੱਖ ਭਟਕਣਾ ਦੇ ਅੰਦਰ ਪੈ ਕੇ ਸਾਰੀ ਜ਼ਿੰਦਗੀ ਖੁੰਝਿਆ ਰਹਿੰਦਾ ਹੈ, ਜੀਵਨ ਦੇ ਸਹੀ ਮਾਰਗ ਤੋਂ ਖੁੰਝ ਜਾਂਦਾ ਹੈ। ਮਨ ਰੇ ਨਿਜ ਘਰ ਵਾਸਾ ਹੋਏ। हे ਮੇਰੇ ਮਨ, ਅੰਤਰ ਆਤਮੇ ਪ੍ਰਭੂ ਚਰਨਾਂ ਵਿੱਚ ਤੇਰਾ ਨਿਵਾਸ ਬਣਿਆ ਰਹੇ। ਤੂੰ ਰੱਬੀ ਰਜ਼ਾ ਦੇ ਵਿੱਚ ਟਿਕਿਆ ਰਹੇ, ਰੱਬ ਦਾ ਰੂਪ ਹੋਇਆ ਰਹੇ। ਉਹਦੇ ਵਾਸਤੇ ਕੀ ਕਰਨ ਦੀ ਜ਼ਰੂਰਤ ਹੈ? ਰਾਮ ਨਾਮ ਸਾਲਾਹ ਤੂੰ, ਫਿਰ ਆਵਣ ਜਾਣ ਨਾ ਹੋਏ। ਰਾਮ ਦਾ ਮਤਲਬ ਰਮਿਆ ਹੋਇਆ, ਨਾਮ ਦਾ ਮਤਲਬ ਪ੍ਰਭੂ ਦੇ ਗੁਣ, ਸਲਾਹ ਦਾ ਮਤਲਬ ਸਿਫਤ ਸਲਾਹ ਕਰ, ਕਿ ਤੂੰ ਪ੍ਰਭੂ ਦੀ ਸਿਫਤ ਸਲਾਹ ਕਰ, ਰੱਬੀ ਗੁਣਾ ਦਾ ਧਾਰਨੀ ਹੋ। ਆਵਣ ਜਾਣ ਦਾ ਮਤਲਬ ਭਟਕਣਾ, ਫਿਰ ਤੇਰੇ ਜੀਵਨ ਦੇ ਅੰਦਰ ਭਟਕਣਾ ਨਹੀਂ ਹੋਏਗੀ, ਫਿਰ ਤੇਰਾ ਮਨ ਕਦੇ ਭਟਕੇਗਾ ਨਹੀਂ। ਜੇ ਤੂੰ ਪ੍ਰਭੂ ਦੀ ਸਿਫਤ ਸਲਾਹ ਕਰੇ ਮਨ ਬਚਨ ਕਰਮ ਕਰਕੇ, ਫਿਰ ਤੇਰੇ ਜੀਵਨ ਵਿੱਚ ਭਟਕਣਾ ਨਹੀਂ ਰਹੇਗੀ, ਫਿਰ ਤੇਰਾ ਮਨ ਭਟਕੇਗਾ ਨਹੀਂ, ਤੂੰ ਅੰਤਰ ਆਤਮੇ ਟਿਕਿਆ ਰਹੇਗਾ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨਾ ਕੋਏ। ਸਭ ਦਾਤਾਂ ਦੇਣ ਵਾਲਾ ਪ੍ਰਭੂ ਸਾਰੀ ਸਮਰੱਥਾ ਵਾਲਾ ਹੈ, ਔਰ ਉਸ ਵਰਗਾ ਹੋਰ ਕੋਈ ਨਹੀਂ ਹੈ। ਸ਼ਬਦ ਸਾਲਾਹੀ ਮਨ ਵਸੈ, ਸਹਜੇ ਹੀ ਸੁਖ ਹੋਏ। ਇਹ ਸਾਲਾਹੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ, ਸਾਲਾਹੀ, ਕਿ ਮੈਂ ਸਲਾਹਾਂ। ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ। ਸ਼ਬਦ ਸਾਲਾਹੀ ਮਨ ਵਸੈ, ਸਹਜੇ ਹੀ ਸੁਖ ਹੋਏ। ਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕਰਾਂ, ਤਾਂ ਫਿਰ ਉਹ ਮੇਰੇ ਮਨ ਵਿੱਚ ਆਵਸਥਾ ਹੈ, ਔਰ ਫਿਰ ਸਹਜੇ ਹੀ ਆਤਮਿਕ ਆਨੰਦ ਬਣਿਆ ਰਹਿ ਸਕਦਾ ਹੈ। ਫਿਰ ਆਰਾਮ ਦੇ ਨਾਲ ਨਿਰਯਤਨ ਹੀ ਸੁਖ ਸ਼ਾਂਤੀ ਬਣੀ ਰਹਿ ਸਕਦੀ ਹੈ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈਂ ਦੇ। ਨਦਰੀ ਅੰਦਰ ਦਾ ਮਤਲਬ ਮਿਹਰ ਦੀ ਨਜ਼ਰ ਦੇ ਨਾਲ। ਸਭ ਦਾ ਮਤਲਬ ਸਾਰੀ ਸ੍ਰਿਸ਼ਟੀ ਨੂੰ, ਜੈ ਦਾ ਮਤਲਬ ਜਿਸ ਨੂੰ, ਤੈਂ ਦਾ ਮਤਲਬ ਉਸ ਨੂੰ। ਉਹ ਪ੍ਰਭੂ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਵੇਖਦਾ ਹੈ, ਮਿਹਰ ਦੀ ਨਿਗਾਹ ਦੇ ਨਾਲ ਵੇਖਦਾ ਹੈ, ਦਾਤਾਂ ਦਿੰਦਾ ਹੈ, ਗੁਣ ਬਖਸ਼ਿਸ਼ ਕਰਦਾ ਹੈ। ਪਰ ਕਿਹਨੂੰ? ਜੈ ਭਾਵੈ, ਜਿਹਨੂੰ ਉਹ ਭਾਉਂਦਾ ਹੈ। ਤੈਂ ਦੇ ਦਾ ਮਤਲਬ ਉਸ ਨੂੰ ਦਿੰਦਾ ਹੈ ਜਿਹਨੂੰ ਉਹ ਭਾਉਂਦਾ ਹੈ। ਹੁਣ ਜਿਹਨੂੰ ਸੱਚ ਭਾਉਂਦਾ ਹੀ ਨਹੀਂ, ਉਹਨੂੰ ਰੱਬ ਧੱਕੇ ਨਾਲ ਸੱਚ ਕਿਵੇਂ ਦੇਵੇ? ਜੇ ਮੈਨੂੰ ਚੰਗਾ ਲੱਗਦਾ ਨਾ ਕਿ ਮੈਂ ਸੱਚ ਬੋਲਾਂ, ਤਾਂ ਰੱਬ ਮੈਨੂੰ ਸੱਚ ਦੀ ਦਾਤ ਦਿੰਦਾ ਹੈ, ਪਿਆਰ ਦੀ ਦਾਤ ਦਿੰਦਾ ਹੈ, ਨਿਰਭੈਤਾ ਨਿਰਵੈਰਤਾ ਦੀ ਦਾਤ ਦਿੰਦਾ ਹੈ। ਪਰ ਜੇ ਮੈਨੂੰ ਇਹ ਗੁਣ ਭਾਉਣ ਤਾਂ ਹੀ ਹੈ ਨਾ, ਜੇ ਮੈਨੂੰ ਰੱਬ ਦੀ ਰਹਿਮਤ ਪਿਆਰੀ ਲੱਗੇ ਤਾਂ ਹੀ ਦਵੇ ਨਾ, ਜੇ ਮੈਨੂੰ ਰੱਬ ਦਾ ਮਿਲਾਪ ਚੰਗਾ ਲੱਗੇ ਤਾਂ ਹੀ ਮਿਲੇ ਨਾ। ਜੇ ਮੈਂ ਮਿਲਣਾ ਹੀ ਨਾ ਚਾਹਾਂ, ਜੇ ਮੈਂ ਗੁਣਾਂ ਦਾ ਧਾਰਨੀ ਹੋਣਾ ਹੀ ਨਾ ਚਾਹਾਂ, ਤਾਂ ਜਿਸ ਨੂੰ ਵੀ ਪਾਉਂਦਾ ਹੈ, ਜੋ ਵੀ ਚਾਹੁੰਦਾ ਹੈ, ਉਹੀ ਦਾਤ ਲੈ ਸਕਦਾ ਹੈ, ਉਹਨੂੰ ਹੀ ਪ੍ਰਭੂ ਦਿੰਦਾ ਹੈ। ਹਉਮੈ ਸਭਾ ਗਣਤ ਹੈ, ਗਣਤੈ ਨੋ ਸੁਖ ਨਾ ਹੈ। ਸਭਾ ਦਾ ਮਤਲਬ ਸਭ, ਗਣਤ ਦਾ ਮਤਲਬ ਚਿੰਤਾ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਜਿੱਥੇ ਹਉਮੈ ਹੈ ਉੱਥੇ ਚਿੰਤਾ ਹੈ। ਹਉਮੈ ਸਭਾ ਗਣਤ ਹੈ, ਗਣਤੈ ਨੋ ਸੁਖ ਨਾ ਹੈ। ਤੇ ਜਿੱਥੇ ਚਿੰਤਾ ਹੈ ਉੱਥੇ ਸੁਖ ਨਹੀਂ ਹੈ। ਤਾਂ ਸਾਡੇ ਦੁੱਖਾਂ ਦਾ ਕਾਰਨ ਕੀ ਹੋਇਆ? ਹਉਮੈ। ਹਉਮੈ ਸਭਾ ਗਣਤ ਹੈ, ਜਿੱਥੇ ਹਉਮੈ ਹੈ ਉੱਥੇ ਚਿੰਤਾ ਹੈ।
ਤੇ ਜਿੱਥੇ ਚਿੰਤਾ ਹੈ ਉਥੇ ਸੁਖ ਨਹੀਂ ਹੈ। ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਹੇ ਸਮਾਹੇ। ਬਿਖ ਦਾ ਮਤਲਬ ਜ਼ਹਿਰ, ਆਤਮਕ ਮੌਤ। ਕਾਰ ਦਾ ਮਤਲਬ ਕਰਮ। ਜਿੱਥੇ ਹਉਮੈ ਹੈ, ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰ ਦੀ ਜ਼ਹਿਰ ਵਾਲੇ ਕੰਮ ਕੀਤਿਆਂ ਫਿਰ ਬੰਦਾ ਜ਼ਹਿਰ ਦੇ ਅੰਦਰ ਹੀ ਮਗਨ ਹੋਈ ਰਹਿੰਦਾ ਹੈ। ਜਿੱਥੇ ਹਉਮੈ ਹੈ ਉਥੇ ਬੰਦਾ ਫਿਰ ਆਤਮਕ ਮੌਤ ਲਿਆਉਣ ਵਾਲੇ ਕਰਮ ਕਰੇਗਾ, ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਦੇ ਨਾਲ ਜੁੜੇਗਾ ਤੇ ਹੁਣ ਜਿਹੜਾ ਜ਼ਹਿਰ ਇਕੱਠੀ ਕਰ ਰਿਹਾ ਹੈ ਉਹ ਜ਼ਹਿਰ ਦੇ ਅੰਦਰ ਹੀ ਸਮਾ ਜਾਏਗਾ, ਆਤਮਕ ਮੌਤੇ ਉਹ ਮਰ ਜਾਏਗਾ। ਬਿਨ ਨਾਮੈ ਠੌਰ ਨਾ ਪਾਇਨੀ, ਜਮਪੁਰ ਦੂਖ ਸਹਾਹੇ। ਨਾਮੈ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਜਮਪੁਰ ਦਾ ਮਤਲਬ ਜਮਾਂ ਦੀ ਪੁਰੀ, ਜੋ ਅਕਾਮ ਕ੍ਰੋਧ ਲੋਭ ਮੋਹ ਵਿਕਾਰ ਨੇ। ਸਹਾਏ ਦਾ ਮਤਲਬ ਸਹਾਰ ਦੇਣਾ। ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ ਕੋਈ ਵੀ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦਾ ਤੇ ਜਮ ਦੇ ਦਰ ਤੇ ਉਹ ਦੁੱਖ ਸਹਾਰਦੇ ਨੇ ਜੀ। ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਹਾਸਲ ਨਹੀਂ ਕਰ ਸਕਦੇ ਤੇ ਜਮਾਂ ਦੇ ਦਰ ਤੇ ਦੁੱਖ ਸਹਾਰਦੇ ਨੇ। ਇਹ ਨਹੀਂ ਕਿ ਮਰਨ ਤੋਂ ਬਾਅਦ ਜਮਾਂ ਦੇ ਦਰ ਤੇ ਜਾਂਦੇ ਨੇ। ਜਮਾਂ ਦੀ ਪਕੜ ਇਸ ਦੁਨੀਆ ਵਿੱਚ ਹੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਜਾਮੀ ਤੇ ਹੈ ਨੇ। ਇਹਨਾਂ ਦੇ ਪਕੜੇ, ਇਹਨਾਂ ਦੇ ਜਕੜੇ ਹੋਏ ਜੀਵ ਦੁੱਖ ਸਹਾਰਦੇ ਨੇ। ਜਿਉ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਨਾ ਕਿ ਇਹ ਜਿੰਦ, ਇਹ ਸਰੀਰ ਸਭ ਕੁਝ ਪ੍ਰਭੂ ਦਾ ਦਿੱਤਾ ਹੋਇਆ ਹੈ ਤੇ ਉਹ ਪ੍ਰਭੂ ਹੀ ਸਾਰਿਆਂ ਨੂੰ ਆਸਰਾ ਦੇ ਰਿਹਾ ਹੈ, ਪ੍ਰਭੂ ਦਾ ਹੀ ਸਾਰੇ ਜੀਵਾਂ ਨੂੰ ਸਹਾਰਾ ਹੈ, ਉਹਦੇ ਹੁਕਮ ਵਿੱਚ ਹੀ ਸਾਰੇ ਜੀਵ ਜੰਤ ਜੀ ਰਹੇ ਨੇ। ਗੁਰ ਪ੍ਰਸਾਦੀ ਬੁੱਝੀਐ ਤਾਂ ਪਾਏ ਮੁਖ ਦੁਆਰ। ਗੁਰ ਪ੍ਰਸਾਦੀ ਦਾ ਮਤਲਬ ਗੁਰੂ ਦੀ ਕਿਰਪਾ ਨਾਲ, ਬੁੱਝੀਏ ਦਾ ਮਤਲਬ ਸਮਝ ਆਉਂਦੀ ਹੈ। ਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖਲਾਸੀ ਦਾ ਰਾਹ ਲੱਭ ਲੈਂਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਇਸ ਚੀਜ਼ ਦੀ ਸਮਝ ਆਉਂਦੀ ਹੈ ਤੇ ਬੰਦਾ ਵਿਕਾਰਾਂ ਤੋਂ ਖਲਾਸੀ ਦਾ ਰਾਸਤਾ ਲੱਭ ਲੈਂਦਾ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਜੀ ਸਮਝਾ ਰਹੇ ਨੇ, ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾਵਾਰ। ਕਿ हे ਨਾਨਕ, ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹੋ ਜਿਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਹਮੇਸ਼ਾ ਹਮੇਸ਼ਾ ਕਰਦਾ ਰਹੋ, ਜਿਸ ਕਰਕੇ ਤੇਰਾ ਇਹ ਜੀਵਨ ਸਫਲ ਔਰ ਸੁਚੱਜਾ ਹੋ ਜਾਏ, ਤੇਰੀ ਇਹ ਜ਼ਿੰਦਗੀ ਸਫਲ ਹੋ ਜਾਏ।